ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਗੁਰੂ ਕੇ ਪਾਕ ਸਥਾਨ ਦੇ ਮੁੱਖ ਵਜ਼ੀਰ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਹੁਣਾਂ ਪਾਸੋਂ ਆਪ ਸੰਗਤ ਨੇ ਤੁਰਕੀ ਬਾਣੀ ਦਾ ਪਵਿੱਤਰ ਫੁਰਮਾਨ ਸਰਵਣ ਕੀਤਾ ਹੈ। ਆਓ ਉਸ ਅਗੰਮੀ ਫੁਰਮਾਨ ਦੇ ਨਾਲ ਜੁੜ ਕਰਕੇ, ਕਥਾ ਵਿਚਾਰ ਨਾਲ ਜੁੜ ਕਰਕੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾਂ। ਕਰੈ ਦੋਹ ਕਰਮ ਦਿਖਾਵੈ ਹੋਰ, ਰਾਮ ਕੀ ਦਰਗਹ ਬਾਧਾ ਚੋਰ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਫੁਰਮਾਨ ਹੈ। ਗੌੜੀ ਰਾਗ ਦੇ ਵਿੱਚ 194 ਅੰਗ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਦਰਜ ਹੈ। ਪਰਮਾਤਮਾ ਦੇ ਪਹਿਲੇ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਔਰ ਉਸ ਅਗੰਮੀ ਜੋਤ ਦੇ ਪੰਜਵੇਂ ਵਾਰਸ ਗੁਰੂ ਅਰਜਨ ਸਾਹਿਬ, ਜਿਨ੍ਹਾਂ ਬਾਬਤ ਭੱਟ ਸਾਹਿਬਾਨਾਂ ਦੇ ਬੋਲ ਨੇ, ਗੁਰ ਅਰਜਨ ਪੁਰਖ ਪ੍ਰਮਾਣ ਪਾਰਥੋ ਚਾਲੈ ਨਾਹੀ, ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ। ਕਹਿੰਦੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਉਹ ਮਹਾਨ ਪੁਰਖ ਹਨ ਜੋ ਸਾਰੀ ਦੁਨੀਆ ਦਾ ਮਾਲਕ ਹੈ। ਉਸ ਪਰਮੇਸ਼ਵਰ ਦਾ ਸਰੂਪ ਹਨ ਜੋ ਚਲਾਏਮਾਨ ਨਹੀਂ ਹੈ, ਸਦੀਵੀ ਅਡਿੱਗ ਹੈ, ਅਡੋਲ ਹੈ। ਸੋ ਮਹਾਰਾਜ ਗੁਰੂ ਅਰਜਨ ਸਾਹਿਬ ਆਪਣੇ ਨਿਰਗੁਣ ਸਰੂਪ ਦੀ ਨਿਆਈ ਅਡੋਲ ਨੇ, ਅਡਿੱਗ ਨੇ। ਵਿਕਾਰਾਂ ਦੇ ਸਾਹਮਣੇ ਉਹ ਚਲਾਏਮਾਨ ਨਹੀਂ ਹਨ। ਜਿਵੇਂ ਮੈਦਾਨੇ ਜੰਗ ਵਿੱਚ ਭੱਟ ਸਾਹਿਬਾਨ ਕਹਿੰਦੇ ਅਰਜਨ ਦੁਸ਼ਮਣਾਂ ਦੇ ਸਨਮੁਖ ਅੜਦਾ ਹੈ ਨਾ, ਚਲਾਏਮਾਨ ਨਹੀਂ ਹੁੰਦਾ। ਇਉਂ ਵਿਕਾਰ ਰੂਪੀ ਦੁਸ਼ਮਣਾਂ ਦੇ ਸਾਵੇਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਅਡੋਲ ਨੇ, ਅਟਿੱਗ ਨੇ, ਸਨਮੁਖ ਅੜੇ ਰਹਿਣ ਵਾਲੇ ਨੇ। ਜਿਹੜਾ ਉਹਨਾਂ ਦਾ ਨਾਮ ਜਪਦਾ ਹੈ ਉਹ ਵੀ ਵਿਕਾਰਾਂ ਦੇ ਟਾਕਰੇ ਤੇ ਅਡੋਲ ਹੈ। ਸੋ ਐਸੇ ਜਿਹੜੇ ਪਾਤਸ਼ਾਹ ਨੇ ਜੋ ਸ਼ਬਦ ਦੇ ਸਵਾਰੇ ਹੋਏ ਨੇ, ਉਹ ਪਰਮੇਸ਼ਵਰ ਤੇ ਉਸ ਮਹਾਨ ਰੁਤਬੇ, ਅਜ਼ਮਤਾਂ ਦੇ ਸਹਿਤ ਰੁਤਬੇ ਨੂੰ ਮਾਨਣ ਵਾਲੇ ਨੇ। ਭਾਈ ਸਾਹਿਬ ਭਾਈ ਨੰਦ ਲਾਲ ਨੇ ਗੰਜਨਾਮੇ ਵਿੱਚ ਇਹ ਬਚਨ ਕਹੇ ਨੇ, ਹੱਕ ਸ਼ਿਕੋਹੋ ਵਾ ਹਕੀਕਤ ਪਰਵਰ ਅਲਾ ਅਜ਼ਮਤ ਫੈਜ਼ ਗੁਸਤਰ। ਕਹਿੰਦੇ ਗੁਰੂ ਅਰਜਨ ਸਾਹਿਬ ਇਹ ਪੰਜਵੇਂ ਪਾਤਸ਼ਾਹ ਤੁਸੀਂ ਸੱਚਾਈ ਦੇ ਦਬਦਬੇ ਵਾਲੇ ਹੋ, ਤੁਸੀਂ ਸੱਚ ਸਰੂਪ ਹੋ,
ਸੱਚਾਈ ਨੂੰ ਪਾਲਣ ਵਾਲੇ ਹੋ, ਸੱਚ ਤੇ ਪਹਿਰਾ ਦੇਣ ਵਾਲੇ ਹੋ। ਔਰ ਤੁਹਾਡੀ ਜਿਹੜੀ ਅਲਾ ਦਾ ਭਾਵ ਹੈ, ਬੁਲੰਦ ਉੱਚੀ ਹਸਤੀ ਹੈ, ਜੋ ਮਹਾਨ ਸ਼ਕਤੀ ਹੈ, ਉਹ ਇਹ ਹੈ ਵੀ ਤੁਸੀਂ ਮਿਹਰਾਂ ਦੇ ਖਿਲਾਰਨ ਵਾਲੇ ਹੋ, ਮਿਹਰਾਂ ਕਰਨ ਵਾਲੇ ਹੋ, ਝੋਲੀਆਂ ਭਰਨ ਵਾਲੇ ਹੋ। ਸੋ ਐਸੇ ਸੱਚਾਈ ਨੂੰ ਬੁਲੰਦ ਕਰਨ ਵਾਲੇ ਗੁਰੂ ਅਰਜਨ ਸਾਹਿਬ ਇੱਥੇ ਇੱਕ ਚੋਟ ਕਰਦੇ ਨੇ ਉਹਨਾਂ ਲੋਕਾਂ ਦੇ ਉੱਤੇ ਜੋ ਬੜੇ ਵੱਡੇ ਪਖੰਡੀ ਨੇ। ਚਾਹੇ ਹਿੰਦੂ ਧਰਮ ਹੈ, ਇਸਲਾਮ ਜਗਤ ਹੈ, ਈਸਾਈ ਹੈ, ਕੋਈ ਵੀ ਮਤ ਹੈ, ਬਾਣੀ ਕਿਸੇ ਵੀ ਧਰਮ ਦੀ ਵਿਰੋਧਤਾ ਨਹੀਂ ਕਰਦੀ, ਪਖੰਡ ਦਾ ਬਾਣੀ ਖੰਡਨ ਕਰਦੀ ਹੈ। ਸੋ ਕਈ ਵਾਰ ਸਮਾਜ ਦੇ ਵਿੱਚ ਐਸੇ ਲੋਕ ਹੁੰਦੇ ਨੇ ਜਿਹੜੇ ਬੜੇ ਸਾਊ ਸੰਤ ਭਗਤ ਹੰਸ ਬਣ ਕੇ ਦਿਖਾਉਂਦੇ ਨੇ, ਪਰ ਹੁੰਦੇ ਬਗਲੇ ਨੇ, ਹੁੰਦੇ ਦੰਭੀ ਨੇ, ਹੁੰਦੇ ਪਖੰਡੀ ਨੇ। ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਮਹਾਂਪੁਰਸ਼ ਨਹੀਂ ਹੁੰਦੇ, ਹੰਸ ਨਹੀਂ ਹੁੰਦੇ, ਹੀਰੇ ਨਹੀਂ ਹੁੰਦੇ। ਵੈਸੇ ਹੀ ਕਈ ਵਾਰ ਕੱਚ ਦੀ ਆਦਤ ਹੈ, ਆਪਣੇ ਆਪ ਨੂੰ ਹੀਰਾ ਸਾਬਤ ਕਰਨਾ ਚਾਹੁੰਦਾ ਹੈ। ਸੋ ਐਸੇ ਭੇਖੀਆਂ ਤੇ ਮਹਾਰਾਜ ਨੇ ਚੋਟ ਕੀਤੀ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਕਰੈ ਦੁਹ ਕਰਮ ਦਿਖਾਵੈ ਹੋਰ। ਕਹਿੰਦੇ ਕਰਮ ਖੋਟੇ ਕਰਦਾ ਹੈ ਤੇ ਦਿਖਾਉਂਦਾ ਲੋਕਾਂ ਨੂੰ ਕੁਝ ਹੋਰ ਹੈ। ਅੰਦਰੋਂ ਬੁਰਾ ਹੈ ਤੇ ਬਾਹਰੋਂ ਭਲਾ ਬਣ ਕੇ ਲੋਕਾਂ ਨੂੰ ਦਿਖਾਉਂਦਾ ਹੈ। ਦੇ ਡੂ ਦੇਅਰ ਇਵਲ ਡੀਡਸ, ਮੰਦੇ ਕਰਮ ਕਰੇਗਾ, ਐਂਡ ਪ੍ਰੀਟੈਂਡ ਅਦਰਵਾਈਜ਼, ਕਹਿੰਦੇ ਚੰਗਾ ਬਣ ਕੇ ਵਿਖਾਵੇਗਾ ਲੋਕਾਂ ਨੂੰ। ਐਸਾ ਸੁਭਾਅ ਹੈ ਇਸ ਦੁਨੀਆ ਦੇ ਅੰਦਰ ਦੰਭੀਆਂ ਦਾ, ਪਖੰਡੀਆਂ ਦਾ। ਉਹ ਸਮਝਦਾ ਹੈ ਵੀ ਸ਼ਾਇਦ ਪਰਮਾਤਮਾ ਵੀ ਇੱਦਾਂ ਠੱਗਿਆ ਜਾਵੇਗਾ ਜਿਵੇਂ ਲੋਕ ਠੱਗੇ ਨੇ। ਇੱਦਾਂ ਦਾ ਕਰਮ ਉਹੀ ਕਰੇਗਾ ਜਿਹੜਾ ਪਰਮਾਤਮਾ ਨੂੰ ਹਾਜ਼ਰਾ ਹਜ਼ੂਰ ਨਹੀਂ ਸਮਝਦਾ, ਜਿਹੜਾ ਸਮਝਦਾ ਹੈ ਵੀ ਲੋਕ ਠੱਗੇ ਗਏ ਨੇ, ਰੱਬ ਨੂੰ ਵੀ ਮੈਂ ਲੁੱਟ ਸਕਦਾ ਹਾਂ, ਠੱਗ ਸਕਦਾ ਹਾਂ। ਦੋਹ ਕਰਮ ਦਾ ਮਤਲਬ ਹੁੰਦਾ ਹੈ ਨੀਚ ਕਰਮ, ਕੁਕਰਮ, ਭੈੜੇ ਕਰਮ, ਪਾਪ। ਹੋਰ ਤੋਂ ਭਾਵ ਹੈ ਵਿਖਾਉਣਾ ਕੁਝ ਹੋਰ, ਕਰਨਾ ਕੁਝ ਹੋਰ, ਦਿਖਾਉਣਾ ਕੁਝ ਹੋਰ। ਅੰਦਰੋਂ ਕੁਝ ਹੋਰ ਹੈ, ਮੁਖੈਟਾ ਕੋਈ ਹੋਰ ਪਹਿਨਿਆ ਹੋਇਆ ਹੈ। ਇੱਕ ਸ਼ਾਇਰ ਇਹ ਗਲੂਏ ਚੋਂ ਅਲਫਾਜ਼ ਕੱਢਦਾ ਹੈ, ਕਹਿੰਦਾ, ਵਹਿ ਰਾਹ ਸੋਚਾਤੇ ਹੈਂ ਹਮੇਂ ਹਜ਼ਰਤੇ रहबर, जिस राह पर उनको कभी चलते नहीं देखा। ਕਹਿੰਦਾ ਵੀ ਸਾਨੂੰ ਜਿਹੜੇ ਪਥ ਪ੍ਰਦਰਸ਼ਕ ਨੇ ਨਾ, ਪ੍ਰਚਾਰਕ ਨੇ, ਉਹ ਰੱਬ ਦਾ ਰਸਤਾ ਦਿਖਾਉਂਦੇ ਨੇ ਵੀ ਧਰਮੀ ਦਾ ਜੀਵਨ ਇੱਦਾਂ ਦਾ ਚਾਹੀਦਾ ਹੈ। ਮੁਸਲਮਾਨ ਹੈ ਕੋਈ, ਨਮਾਜ਼ ਪੜ੍ਹੇ, ਸਿੱਖ ਹੈ ਕੋਈ, ਨਿਤਨੇਮ ਕਰੇ, ਹਿੰਦੂ ਹੈ ਕੋਈ, ਗਾਇਤਰੀ ਪੜ੍ਹੇ। ਇਉਂ ਧਰਮਾਂ ਦੇ ਜਿਹੜੇ ਪ੍ਰਚਾਰਕ ਨੇ ਉਹ ਆਪੋ ਆਪਣੇ ਧਰਮ ਦੀ ਮਰਿਆਦਾ ਅਨੁਸਾਰ ਰਾਹ ਦੱਸਦੇ ਨੇ। ਤੇ ਉਹ ਸ਼ਾਇਰ ਕਹਿੰਦਾ ਹੈ, ਮੁਸ਼ਕਲ ਇਹ ਹੈ ਵੀ ਉਹ ਕਦੇ ਆਪ ਉਸ ਰਸਤੇ 'ਤੇ ਚੱਲਦੇ ਹੋਏ ਨਜ਼ਰ ਹੀ ਨਹੀਂ ਆਏ। ਹੁਣ ਇੱਕ ਪ੍ਰਚਾਰਕ ਹੈ, ਉਹ ਆਖੇ ਜੀ ਨਿਤਨੇਮ ਕਰੋ, ਆਪ ਉਹ ਨਿਤਨੇਮ ਕਰਦਾ ਨਹੀਂ ਹੈ। ਅੰਮ੍ਰਿਤ ਛਕੋ, ਰਹਿਤ ਰੱਖੋ, ਆਪ ਉਸਨੇ ਰਹਿਤ ਰੱਖੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਇਉਂ ਕਹਿੰਦੇ ਨੇ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਕਹਿੰਦੇ ਅੰਦਰੋਂ ਆਪਣੀ ਸੋਚ ਹੋਰ ਹੈ, ਰਹਿਣੀ ਬਹਿਣੀ ਹੋਰ ਹੈ। ਜੋ ਸਥੂਲ ਸਰੀਰ ਦੀ ਰਹਿਤ ਹੈ ਨਾ, ਉਹ ਕੋਈ ਹੋਰ ਰਾਖੀ ਬੈਠਾ ਹੈ। ਮੰਨਣਾ ਹੋਰ ਹੈ, ਕਰਨੀ ਇਹਦੀ ਹੋਰ ਹੈ। ਦਿਖਾਉਂਦੇ ਪਖੰਡ ਕਰਕੇ ਨੇ, ਅੰਦਰੋਂ ਜੁੜੇ ਨਹੀਂ ਹੋਏ। ਜੇ ਕੋਈ ਵੇਖ ਲਵੇ ਤੇ ਮਾਲਾ ਫੜ ਕੇ ਫੇਰਨ ਲੱਗ ਪਏ, ਵੇਖ ਲਵੇ ਤੇ ਗੁੜਕਾ ਸਾਹਿਬ ਫੜ ਲਿਆ, ਵੇਖ ਲਵੇ ਤੇ ਇੱਥੇ ਕੋਈ ਨਮਾਜ਼ ਪੜ੍ਹਨ ਲੱਗ ਪਿਆ, ਕੋਈ ਗਾਇਤਰੀ ਪੜ੍ਹਨ ਲੱਗ ਪਿਆ। ਜਦੋਂ ਚਾਰ ਦੀਵਾਰੀ ਵਿੱਚ ਇਕੱਲੇ ਹੁੰਦੇ ਨੇ ਤੇ ਸੁੱਤੇ ਹੀ ਨਹੀਂ ਉੱਠਦੇ। ਮਹਾਰਾਜ ਕਹਿੰਦੇ ਨੇ,
ਅਸਲ ਇਹ ਉਹੀ ਬੰਦਾ ਐਸਾ ਕਰਦਾ ਹੈ ਜਿਹਦੇ ਅੰਦਰ ਪਰਮਾਤਮਾ ਦੇ ਪ੍ਰਤੀ ਪ੍ਰੀਤੀ ਨਹੀਂ ਹੈ। ਲੋਕਾਂ ਨੂੰ ਰਿਝਾਉਣ ਲਈ ਇਹ ਵਿਖਾਵਾ ਕਰਦਾ ਹੈ। ਦੇਖੋ, ਮਾਲਾ ਫੇਰਨੀ, ਨਾਮ ਜਪਣਾ ਬੁਰਾਈ ਨਹੀਂ ਹੈ। ਅਸਲ ਬਾਤ ਇਹ ਹੈ ਵੀ ਜਦੋਂ ਕੋਈ ਤੈਨੂੰ ਨਹੀਂ ਦੇਖਦਾ ਉਦੋਂ ਤੂੰ ਬਾਣੀ ਨਹੀਂ ਪੜ੍ਹਦਾ, ਜਦੋਂ ਚਾਰ ਬੰਦੇ ਵੇਂਦੇ ਨੇ ਉਦੋਂ ਮਾਲਾ ਕੱਢ ਲੈਣਾ। ਇੱਥੇ ਪਖੰਡ ਹੈ। ਜੋ ਮਾਲਾ ਲੋਕਾਂ ਸਾਹਮਣੇ ਫੇਰਦਾ ਹੈ, ਜਾਂ ਤੇ ਕਬੀਰ ਜੀ ਵਾਂਗੂ ਘਰ ਬੈਠਾ ਵੀ ਫੇਰਿਆ ਕਰ। ਕਬੀਰ ਦੀ ਮਾਈ ਨੇ ਇੱਕ ਲਾਮਾ ਦਿੱਤਾ ਹੈ ਨਾ, ਕਹਿੰਦੀ ਜਦੋਂ ਦੀ ਮਾਲਾ ਫੜੀ ਹੈ ਨਾ ਇਹਨੇ, ਸਾਨੂੰ ਉਦੋਂ ਦਾ ਸੁੱਖ ਨਹੀਂ ਮਿਲਿਆ। ਭਾਵ ਇਹਨੇ ਕਮਾਈ ਕਰਕੇ ਸਾਨੂੰ ਖਵਾਉਣਾ ਛੱਡ ਦਿੱਤਾ। ਇਹਦੀ ਕਮਾਈ ਹੁਣ ਮਾਲਾ ਹੀ ਹੈ। ਕਹਿੰਦੀ ਜਬ ਤੇ ਮਾਲਾ ਲਈ ਨਿਪੂਤੇ ਤਬ ਤੇ ਸੁਖ ਨਾ ਭਇਓ। ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ। ਸੋ ਜਾਂ ਤਾਂ ਭਾਈ ਤੁਸੀਂ ਜਦੋਂ ਕੋਈ ਨਹੀਂ ਤੁਹਾਨੂੰ ਦੇਖਦਾ ਉਦੋਂ ਵੀ ਉਹ ਕਰਮ ਕਰੋ ਧਰਮ ਦਾ, ਤੇ ਜਦੋਂ ਦੇਖਦਾ ਹੈ ਉਦੋਂ ਵੀ ਕਰੋ, ਫਿਰ ਇਹ ਪਖੰਡ ਨਹੀਂ ਹੈ। ਜਦੋਂ ਲੋਕ ਵਿਖਾਵੇ ਲਈ ਕਰਮ ਕੀਤਾ ਜਾਂਦਾ ਹੈ ਫਿਰ ਮਤਲਬ ਸਾਫ਼ ਹੈ, ਖੁਦਾ ਦੀ ਪਰਮਾਤਮਾ ਦੀ ਪ੍ਰੀਤੀ ਨਹੀਂ ਹੈ ਤੇ ਲੋਕਾਂ ਨੂੰ ਰਿਝਾਉਣਾ ਚਾਹੁੰਦਾ ਹੈ ਤੂੰ। ਆਪਣਾ ਜੀਵਨ ਕੋਈ ਨਹੀਂ ਹੈ ਤੇ ਮੂੰਹ ਦੇ ਨਾਲ ਬੜਾ ਸ਼ਬਦ ਜਾਲ ਵਿਛਾਉਂਦਾ ਹੈ ਲੋਕਾਂ ਵਿੱਚ। ਲੋਕ ਸਮਝਣ ਵੀ ਬੜਾ ਵਧੀਆ ਪ੍ਰਚਾਰ ਕਰਦਾ, ਇਹਦਾ ਜੀਵਨ ਵੀ ਇੱਦਾਂ ਦਾ ਹੋਵੇਗਾ। ਮਹਾਰਾਜ ਕਹਿੰਦੇ ਆਪਣੇ ਜੀਵਨ ਵਿੱਚ ਕੁਝ ਨਹੀਂ ਢਾਲਿਆ, ਲੋਕਾਂ ਨੂੰ ਠੱਗ ਸਕਦਾ ਹੈ। ਬਾਪੂ ਕਹਿੰਦਾ ਜਾਨਨ ਹਾਰ ਪ੍ਰਭੂ ਪ੍ਰਬੀਨ, ਬਾਹਰ ਭੇਖ ਨਾ ਕਾਹੂ ਭੀਨ, ਪਰਮਾਤਮਾ ਜਾਣੀ ਜਾਣੈ। ਗੋਡ ਇਜ਼ ਦਾ ਨੋਅਰ ਆਫ ਆਲ। ਸਭ ਜਾਣਦਾ ਇਸ ਮਾਸ ਦੇ ਪਰਦੇ ਥੱਲੇ ਕੀ ਚੱਲਦਾ ਹੈ। ਲੋਕ ਮਾਸ ਦੇ ਉੱਤੇ ਧਾਰਿਆ ਭੇਖ ਵੇਖ ਕੇ ਰੀਝ ਸਕਦੇ ਨੇ, ਪਰਮਾਤਮਾ ਚੰਮ ਨਹੀਂ ਵੇਂਦਾ, ਮਨ ਵੇਂਦਾ ਹੈ। ਸੋ ਮਹਾਰਾਜ ਕਹਿੰਦੇ ਨੇ ਬਾਹਰਲੇ ਭੇਖ ਨਾਲ ਉਹ ਖੁਸ਼ ਨਹੀਂ ਹੋਵੇਗਾ, ਉਹ ਨਹੀਂ ਪਸੀਜੇਗਾ, ਉਹ ਨਹੀਂ ਭਿੱਜੇਗਾ, ਇੰਪ੍ਰੈਸ ਨਹੀਂ ਹੋਵੇਗਾ ਤੇਰੇ ਤੋਂ। ਉਹ ਅੰਦਰ ਨੂੰ ਵੇਖਦਾ ਹੈ। ਮਹਾਰਾਜ ਕਹਿੰਦੇ ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਹੋਰਾਂ ਨੂੰ ਤੇ ਉਪਦੇਸ਼ ਦਿੰਦਾ ਹੈ, ਰੱਬ ਦੇ ਗੀਤ ਗਾਓ, ਆਪ ਗਾਉਂਦਾ ਹੀ ਨਹੀਂ ਹੈ। ਹੋਰਾਂ ਨੂੰ ਕਹਿੰਦਾ ਹੈ ਰਹਿਤ ਰੱਖੋ, ਖਾਲਸੇ ਦੀ ਇਹ ਰਹਿਤ ਹੈ, ਆਪ ਕਹਿੰਦੇ ਰੱਖਦਾ ਹੀ ਨਹੀਂ ਹੈ। ਕਹਿੰਦੇ ਫਿਰ ਇਹਦੀ ਸਜ਼ਾ ਇਹ ਹੈ, ਨਾਮ ਜਪਣਾ ਸੀ ਮੁਕਤੀ ਲਈ, ਰਹਿਤ ਬਹਿਤ ਰੱਖਣੀ ਸੀ ਮੁਕਤੀ ਲਈ, ਰੋਗਾਂ ਸੋਗਾਂ ਤੋਂ, 84 ਲੱਖ ਜੂਨਾਂ ਤੋਂ। ਇਹਨੇ ਨਾ ਰਹਿਤ ਹੀ ਅਪਣਾਈ, ਨਾ ਨਾਮ ਹੀ ਜਪਿਆ। ਹੋਰਾਂ ਨੂੰ ਕਹਿੰਦਾ ਸੀ ਸੇਵਾ ਕਰੋ, ਆਪ ਸੇਵਾ ਕੀਤੀ ਕੋਈ ਨਾ। ਕਹਿੰਦੇ ਫਿਰ ਆਵਾਗਮਨ ਵਿੱਚ ਪਵੇਗਾ, 84 ਲੱਖ ਜੂਨਾਂ ਵਿੱਚ ਪਵੇਗਾ। ਹੀ ਵਿਲ ਗੋ ਇਨਟੂ ਰੀਇਨਕਾਰਨੇਸ਼ਨ, ਜੰਮਦਾ ਮਰਦਾ ਰਹੇਗਾ। ਸੋ ਬਾਪੂ ਕਹਿੰਦਾ ਹੈ ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਅਸਲ ਜਿਨ੍ਹਾਂ ਦੇ ਅੰਦਰ ਪਰਮਾਤਮਾ ਵਸਦਾ ਹੈ, ਜਦੋਂ ਉਹ ਗਲੂਏ ਚੋਂ ਕੋਈ ਬੋਲ ਕੱਢਦੇ ਨੇ, ਲੋਕ ਉਹਨਾਂ ਦੇ ਬੋਲ ਜੀਵਨ ਵਿੱਚ ਧਾਰ ਲੈਂਦੇ ਨੇ, ਕਹਿੰਦੇ ਫਿਰ ਉਹ ਲੋਕ ਭਵਸਾਗਰ ਤੋਂ ਤਰਦੇ ਨੇ। ਤੇ ਜਦੋਂ ਪਰਮਾਤਮਾ ਹੀ ਅੰਦਰ ਨਹੀਂ ਵਸਿਆ ਫਿਰ ਉਹਦਾ ਸੰਗਤਾਂ ਵਿੱਚ, ਲੋਕਾਂ ਵਿੱਚ ਅਸਰ ਵੀ ਨਹੀਂ ਹੋਵੇਗਾ। ਤੇ ਜਿਹਦੇ ਅੰਦਰ ਪਰਮੇਸ਼ਵਰ ਵਸਦਾ ਹੈ ਨਾ, ਉਹਦੀ ਸਿੱਖਿਆ ਨਾਲ ਲੋਕ ਤਰ ਵੀ ਜਾਂਦੇ ਨੇ। ਸੋ ਮਹਾਰਾਜ ਪਾਤਸ਼ਾਹ ਇੱਥੇ ਸਮਝਾਉਂਦੇ ਨੇ, ਕਹਿੰਦੇ ਕਰਮ ਨੀਚ ਕਰਦਾ ਹੈ, ਦਿਖਾਉਂਦਾ ਚੰਗਾ ਬਣ ਕੇ ਹੈ ਲੋਕਾਂ ਨੂੰ। ਇਹਦੀ ਸਜ਼ਾ ਕੀ ਹੈ? ਗੁਰੂ ਅਰਜਨ ਸਾਹਿਬ ਕਹਿੰਦੇ ਰਾਮ ਕੀ ਦਰਗਹ ਹੈ ਬਾਦਾ ਚੋਰ। ਜਦੋਂ ਚੋਰ ਸੰਨ ਲਾਉਂਦੇ ਨੇ ਨਾ, ਮੰਨ ਲਓ ਕੰਧ ਢਾਉਂਦੇ ਨੇ, ਕੰਧ ਵਿੱਚ ਮੋਹਰਾ ਕੱਢਦੇ ਨੇ ਚੋਰੀ ਕਰਨ ਲਈ, ਦਰਵਾਜ਼ਾ ਕੋਈ ਤੋੜਦੇ ਨੇ, ਤੇ ਉਹ ਸੰਨ ਲਾ ਕੇ ਜਦੋਂ ਚੋਰੀ ਕਰਦੇ ਨੇ ਤੇ ਉਹ ਫੜੇ ਜਾਂਦੇ ਨੇ, ਤੇ ਫਿਰ ਘਰ ਦਾ ਮਾਲਕ ਉਹਨਾਂ ਨੂੰ ਬੰਨ੍ਹ ਲੈਂਦਾ ਹੈ, ਸਜ਼ਾ ਦਿੰਦਾ ਹੈ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ ਅੰਦਰੋਂ ਤੂੰ ਕੁਝ ਹੋਰ ਹੈ, ਬਾਹਰੋਂ ਚੰਗਾ ਬਣ ਕੇ ਦਿਖਾਉਣਾ ਹੈ। ਇਹ ਚੋਰੀ ਲੋਕ ਨਹੀਂ ਫੜ ਸਕਦੇ, ਰੱਬ ਨੇ ਫੜ ਲੈਣਾ ਹੈ। ਜਦੋਂ ਰੱਬ ਨੇ ਤੈਨੂੰ ਇਹ ਕਰਮ ਕਰਦਿਆਂ ਪਕੜ ਲਿਆ, ਕਹਿੰਦੇ ਫਿਰ ਤੈਨੂੰ ਉਹ ਬੰਨ੍ਹ ਲਵੇਗਾ। ਤੇਰੇ ਸੂਖਸ਼ਮ ਸਰੀਰ ਨੂੰ ਤੇਰੀ ਮੌਤ ਹੁੰਦਿਆਂ ਹੀ ਬੰਨ੍ਹ ਕੇ ਨਾ ਦਰਗਾਹ ਦੇ ਵਿੱਚ ਲੈ ਜਾਵੇਗਾ। ਇੱਥੇ ਲਫ਼ਜ਼ ਵਰਤੇ ਨੇ ਰਾਮ ਕੀ ਦਰਗਹ ਹੈ।
ਰਾਮ ਦਾ ਮਤਲਬ ਹੈ ਜਿਸ ਵਿੱਚ ਜੋਗੀ ਜਨ ਰਮਣ ਕਰਦੇ ਨੇ। ਪਰਮਾਤਮਾ ਪਰਮੇਸ਼ਵਰ ਘਟ ਘਟ ਰਮਈਆ ਰਮਤ ਰਾਮ ਰਾਏ, ਗੁਰ ਸ਼ਬਦ ਗੁਰੂ ਲਿਵ ਲਾਗੇ। ਇੱਥੇ ਰਾਮ ਲਫ਼ਜ਼ ਰਵੇਂ ਰਾਮ ਲਈ ਹੈ, ਜੋ ਤੁਹਾਡੇ ਮੇਰੇ ਸਾਰਿਆਂ 'ਚ ਸਮਾਇਆ ਹੈ ਅਤੇ ਸਦੀਵੀ ਹੈ, ਹਰ ਯੁੱਗ ਵਿੱਚ ਹੈ। ਇੱਥੇ ਰਾਮ ਲਫ਼ਜ਼ ਰਾਮਚੰਦਰ ਜੀ ਨਹੀਂ ਆਇਆ। ਕੁਝ ਜਗ੍ਹਾ ਸ਼੍ਰੀ ਰਾਮਚੰਦਰ ਜੀ ਲਈ ਵੀ ਇਹ ਲਫ਼ਜ਼ ਆਉਂਦਾ ਹੈ, ਜਿਵੇਂ ਆਉਂਦਾ ਹੈ ਨਾ 9ਵੇਂ ਬਾਪੂ ਦੀ ਬਾਣੀ 'ਚ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਮਹਾਰਾਜ ਇੱਥੇ ਰਾਮ ਕਹਿੰਦੇ ਨੇ ਰਮੇ ਹੋਏ ਰਾਮ ਨੂੰ, ਜੋ ਸਾਰਿਆਂ ਵਿੱਚ ਸਮਾਇਆ ਹੈ। ਕਹਿੰਦੇ ਉਹਦੀ ਜਿਹੜੀ ਦਰਗਾਹ ਹੈ, ਇਹ ਜਿਹੜਾ ਲਫ਼ਜ਼ ਹੈ ਨਾ ਦਰਗਾਹ ਹੈ, ਦਰਗਾਹ ਇਹ ਪਰਸ਼ੀਅਨ ਦਾ ਲਫ਼ਜ਼ ਹੈ, ਫਾਰਸੀ ਦਾ। ਰੱਬ ਦੇ ਦਰਬਾਰ ਨੂੰ ਕਹਿੰਦੇ ਨੇ, ਖੁਦਾ ਦੇ ਦਰਬਾਰ ਨੂੰ ਕਹਿੰਦੇ ਨੇ। ਵੈਸੇ ਆਪਾਂ ਸਤ ਸੰਗਤ ਨੂੰ ਵੀ ਕਹਿ ਦਿੰਦੇ ਹਾਂ, ਗੁਰੂ ਦਰਬਾਰ ਨੂੰ ਵੀ ਕਹਿ ਦਿੰਦੇ। ਕਹਿੰਦੇ ਰਾਮ ਦੀ ਦਰਗਾਹ ਵਿੱਚ ਚੋਰਾਂ ਵਾਂਗੂ ਤੇਰੇ ਸੂਖਸ਼ਮ ਸਰੀਰ ਨੂੰ ਬੰਨਿਆ ਜਾਵੇਗਾ, ਤੂੰ ਬੰਧਨ ਵਿੱਚ ਉੱਥੇ ਫਸਿਆ ਹੋਵੇਂਗਾ। ਇਹ ਵਿਕਾਰਾਂ ਦੇ ਬੰਧਨ ਤੂੰ ਆਪ ਹੀ ਪਾਏ ਹੋਏ ਨੇ। ਕਿਉਂ? ਮਹਾਰਾਜ ਕਹਿੰਦੇ ਨੇ ਚੋਰੀ ਕਰਨ ਦੀ ਇਹੀ ਸਜ਼ਾ ਹੈ। ਪਰਮਾਤਮਾ ਦੇ ਬਖਸ਼ੇ ਹੋਏ ਸਵਾਸਾਂ ਨਾਲ ਤੂੰ ਹੋਰ ਹੀ ਕਰਮ ਕਰਦਾ ਰਿਹਾ। ਉਹਦੇ ਸਵਾਸ ਜਿਹੜੇ ਸਨ ਚੰਗੇ ਬੰਨੇ ਨਾ ਲਾਏ, ਰੱਬ ਦੇ ਗੀਤ ਨਾ ਗਾਏ, ਗਲਤ ਕਰਮ ਕਰਦਾ ਰਿਹਾ ਹੈ ਤੂੰ। ਜਿਵੇਂ ਬਾਣੀ 'ਚ ਆਉਂਦਾ ਨਾ, ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿਨਕੈ ਨਿਕਟ ਨਾ ਪਿਟਿਐ। ਕਹਿੰਦੇ ਦੇਖੋ, ਜਿਹੜੇ ਨਾਮ ਤੋਂ ਦੂਰ ਨੇ ਉਹ ਸਾਖਤ ਨੇ, ਉਹ ਚੋਰ ਨੇ। ਉਹ ਪਰਮੇਸ਼ਵਰ ਦੇ ਬਖਸ਼ੇ ਸਵਾਸਾਂ ਨਾਲ ਬੁਰੇ ਕਰਮ ਕਰਦੇ ਨੇ। ਮੇਰੇ ਮਨ ਨਾਮ ਬਿਨਾ ਜੋ ਦੂਜਾ ਲਾਗੇ, ਤੇ ਸਾਕਤ ਨਰ ਜਮ ਕੁੱਟਿਐ। ਜਿਹੜੇ ਨਾਮ ਤੋਂ ਲਹਿਦਾ ਇਹਨਾਂ ਸਵਾਸਾਂ ਨਾਲ ਹੋਰ ਕਰਮ ਕਰ ਰਹੇ ਨੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਉਹ ਨਰ ਜਮਾਂ ਦੇ ਹੱਥੋਂ ਕੁੱਟੇ ਜਾਣਗੇ, ਪੀਚੇ ਜਾਣਗੇ, ਉਹਨਾਂ ਨੂੰ ਜਮ ਦਰੜ ਦਵੇਗਾ। ਸੋ ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ, ਸਿਨਿਕਸ ਆਰ ਸਟ੍ਰੈਂਗਲਡ ਬਾਏ ਦਾ ਮੈਸੇਂਜਰ ਆਫ ਡੈਥ। ਐ ਮਲੀਆ ਮੇਟ ਕਰ ਦਿੰਦਾ ਹੈ ਜੋ ਜਮ ਹੈ ਉਹਨਾਂ ਦਾ। ਹਮ ਅਪਰਾਧ ਪਾਪ ਬਹੁ ਕੀਨੇ, ਕਰ ਦੁਸ਼ਟੀ ਚੋਰ ਚੁਰਾਇਆ। ਅਬ ਨਾਨਕ ਸ਼ਰਨਾਗਤ ਆਏ, ਹਰ ਰਾਖੋ ਲਾਜ ਹਰ ਭਾਇਆ। ਤਰਲਾ ਲਿਆ ਕਰ ਅਕਾਲ ਪੁਰਖ ਦਾ ਮਹਾਰਾਜ, ਇਹਨਾਂ ਸਵਾਸਾਂ ਨਾਲ ਬੜੇ ਬੁਰੇ ਕਰਮ ਕੀਤੇ ਨੇ। ਅਸੀਂ ਚੋਰ ਹਾਂ, ਤੇਰੇ ਦਰ ਦੇ ਸਵਾਸ ਤੇਰੇ ਬਖਸ਼ੇ ਸਨ, ਕਰਮ ਇਹਨਾਂ ਨਾਲ ਹੋਰ ਕਰਦੇ ਰਹੇ, ਜੁੜੇ ਇਹਨਾਂ ਸਵਾਸਾਂ ਦੇ ਕਰਕੇ ਸੰਸਾਰ ਨਾਲ ਰਹੇ। ਜੁੜਨਾ ਨਿਰੰਕਾਰ ਨਾਲ ਸੀ। ਸਾਡੇ ਕਰਮ ਦੁਸ਼ਟਾਂ ਵਾਲੇ ਨੇ। ਬੜੇ ਲੋਕਾਂ ਦਾ ਅਸੀਂ ਹੱਕ ਮਾਰਿਆ ਹੈ, ਪਦਾਰਥਾਂ ਨੂੰ ਚੁਰਾਇਆ ਹੈ। ਕਰਮ ਤੇ ਕੋਈ ਚੰਗਾ ਕੀਤਾ ਨਹੀਂ ਹੈ, ਬਸ ਤੇਰੀ ਸ਼ਰਨ ਆਏ ਹਾਂ। ਹੁਣ ਜਿਵੇਂ ਤੈਨੂੰ ਭਾਉਂਦਾ ਹੈ ਸਾਡੀ ਰੱਖਿਆ ਕਰ। ਜਿਹੜਾ ਖੋਟਾ ਕਰਮ ਕਰਦਾ ਹੈ, ਪਾਪ ਕਰਦਾ ਹੈ, ਚੋਰੀ ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਖੋਟੇ ਸੱਚੀ ਦਰਗਹ ਹੈ ਸੁੱਟਿਆ ਹੈ, ਕਿਸ ਆਗੈ ਕਰ ਹੈ ਪੁਕਾਰ। ਖੋਟਿਆਂ ਨੂੰ ਸੱਚੀ ਦਰਗਾਹ ਅੰਦਰ ਬੰਨ੍ਹ ਕੇ ਹੀ ਸੁੱਟਿਆ ਜਾਂਦਾ ਹੈ। ਵਾਰ-ਵਾਰ ਮਹਾਰਾਜ ਨੇ ਦਰਗਾਹ ਦੀ ਗੱਲ ਕੀਤੀ ਹੈ। ਕਈ ਕਹਿ ਦਿੰਦੇ ਇਹ ਜੱਗ ਮਿੱਠਾ ਤੇ ਅਗਲਾ ਕਿਹਨੇ ਡਿੱਠਾ। ਅਗੇਰੀ ਨਰਕ ਸਵਰਗ ਇੱਥੇ ਹੀ ਹੈ, ਹੋਰ ਕੁਝ ਵੀ ਨਹੀਂ ਹੈ। ਬਾਣੀ ਵਿੱਚ ਤੇ ਜਗ੍ਹਾ ਜਗ੍ਹਾ ਅਗਲੀ ਦੁਨੀਆ ਦੀ ਗੱਲ ਕਹੀ ਹੈ। ਮਹਾਰਾਜ ਕਹਿੰਦੇ ਨੇ ਦੇਖ, ਠਾਕੇ ਬੋਹਿਤ ਦਰਗਹ ਮਾਰ। ਜਿਨ੍ਹਾਂ ਨਾਮ ਰੂਪੀ ਜਹਾਜ਼ ਤੇ ਨਹੀਂ ਚੜ੍ਹਨਾ ਕੀਤਾ, ਉਹਨਾਂ ਨੂੰ ਦਰਗਹ ਮਾਰ, ਦਰਗਾਹ ਵਿੱਚ ਮਾਰ ਪੈਂਦੀ ਹੈ। ਉਹ ਦੁਨੀਆ ਜਿਹੜੀ ਅੱਖਾਂ ਦਾ ਵਿਸ਼ਾ ਨਹੀਂ ਹੈ, ਉੱਥੇ ਮਹਾਰਾਜ ਕਹਿੰਦੇ ਸੂਖਸ਼ਮ ਸਰੀਰ ਨੂੰ ਮਾਰ ਪੈਂਦੀ ਹੈ। ਦੇ ਸ਼ੈਲ ਬੀ ਬੀਟਨ ਇਨ ਦਾ ਕੋਰਟ ਆਫ ਲਾਰਡ। ਖੁਦਾ ਦੇ ਦਰ ਉੱਤੇ ਡਾਂਗਾਂ ਪੈਂਦੀਆਂ ਨੇ ਉਹਨਾਂ ਨੂੰ। ਉੱਥੇ ਬਚਦਾ ਕੌਣ ਹੈ? ਕਹਿੰਦੇ ਪ੍ਰਭ ਕੈ ਸਿਮਰਨ ਦਰਗਹ ਮਾਨੀ। ਜਿਨ੍ਹਾਂ ਸਿਮਰਨ ਭਜਨ ਕੀਤਾ, ਉਹਦੇ ਬਖਸ਼ੇ ਸਵਾਸਾਂ ਨਾਲ
ਪਰਮਾਤਮਾ ਦੇ ਹੀ ਗੀਤ ਗਾਏ, ਦਰਗਾਹ ਵਿੱਚ ਉਹ ਮੰਨੇ ਗਏ, ਦਰਗਾਹ ਵਿੱਚ ਉਹਨਾਂ ਨੂੰ ਮਾਣ ਮਿਲਿਆ। ਦੇ ਅਟੇਨਸ ਆਨਰ ਇਨ ਦਾ ਕੋਰਟ ਆਫ ਲਾਰਡ, ਉਹਨਾਂ ਦਾ ਅਦਬ ਤੇ ਵਡਿਆਈ ਅਕਾਲ ਪੁਰਖ ਦੇ ਦਰਬਾਰ ਅੰਦਰ ਵੀ ਕਾਇਮ ਰਹੀ। ਸੋ ਮਹਾਰਾਜ ਇੱਥੇ ਸਮਝਾਉਂਦੇ ਨੇ ਗੁਰੂ ਅਰਜਨ ਸਾਹਿਬ, ਦੁਸ਼ਕਰਮ ਕਰਨ ਵਾਲਾ ਦਰਗਾਹ ਵਿੱਚ ਇਉਂ ਮੰਨਿਆ ਜਾਂਦਾ ਹੈ ਜਿਵੇਂ ਚੋਰ ਨੂੰ ਬੰਨਿਆ ਜਾਂਦਾ ਹੈ, ਇੱਦਾਂ ਸਜ਼ਾ ਮਿਲਦੀ ਹੈ। ਰਾਮ ਰਮੈ ਸੋਈ ਰਾਮਾਣਾ। ਦੂਸਰੀ ਤਰਫ ਜਿਹੜੇ ਗੁਰਮੁਖ ਨੇ, ਮਹਾਂਪੁਰਸ਼ ਨੇ, ਕਹਿੰਦੇ ਉਹ ਪਰਮਾਤਮਾ ਵਿੱਚ ਕਿਵੇਂ ਅਭੇਦ ਹੋਏ। ਰਾਮ ਦੇ ਨਾਮ ਵਿੱਚ ਉਹ ਰਮੇ ਰਹੇ, ਰਾਮ ਦਾ ਹੀ ਨਾਮ ਜਪਿਆ, ਰਾਮ ਦਾ ਹੀ ਨਾਮ ਉਹਨਾਂ ਕਮਾਉਣਾ ਕੀਤਾ, ਰਾਮ ਨੂੰ ਹੀ ਭਰਤਾ ਮੰਨਿਆ। ਰਮੇ ਹੋਏ ਪਰਮੇਸ਼ਵਰ ਮਨੋਹਰ ਸੁੰਦਰ ਰਾਮ ਦੇ ਗੀਤ ਉਹਨਾਂ ਨੇ ਗਾਉਣੇ ਕੀਤੇ। ਤੇ ਜਿਹੜਾ ਸਦਾ ਰਾਮ ਦਾ ਨਾਮ ਜਪਦਾ ਰਹਿੰਦਾ ਹੈ, ਮਹਾਰਾਜ ਕਹਿੰਦੇ ਨੇ ਸੋਈ ਰਾਮਾਣਾ। ਰਾਮਾਣਾ ਦਾ ਮਤਲਬ ਹੁੰਦਾ ਹੈ ਰਾਮ ਦਾ, ਵਾਹਿਗੁਰੂ ਦਾ। ਰਾਮ ਦੇ ਗੀਤ ਗਾਉਣ ਵਾਲਾ ਹੀ ਰਾਮਾਣਾ ਹੈ, ਭਾਵ ਕਿ ਰਾਮ ਦਾ ਬੰਦਾ ਹੈ। ਰਾਮ ਵਿੱਚ ਅਭੇਦ ਹੈ, ਰਾਮ ਵਿੱਚ ਇੱਕ ਮਿਕ ਹੈ। ਜਿਹਨੇ ਗੀਤ ਹੀ ਸੰਸਾਰ ਦੇ ਗਾਏ ਉਹ ਤੇ ਸੰਸਾਰ ਦਾ ਹੋਇਆ ਨਾ, ਤੇ ਜਿਹਨੇ ਗੀਤ ਨਿਰੰਕਾਰ ਦੇ ਗਾਏ ਉਹੀ ਨਿਰੰਕਾਰ ਦਾ ਹੋਇਆ, ਉਹੀ ਉਹਦੇ ਤਾਈਂ ਪਹੁੰਚਿਆ ਹੈ। ਜਿਹੜਾ ਰਾਮ ਦਾ ਹੋ ਗਿਆ ਉਹਦੀ ਇਹ ਵਿਚਾਰਧਾਰਾ ਹੈ। ਉਹ ਕੀ ਹੈ? ਗੁਰੂ ਅਰਜਨ ਸਾਹਿਬ ਕਹਿੰਦੇ ਜਲ ਥਲ ਮਹੀਲ ਏਕ ਸਮਾਣਾ। ਉਹਨੇ ਜਲ ਵਿੱਚ, ਥਲ ਵਿੱਚ, ਹਰ ਜ਼ਰੇ ਅੰਦਰ ਪਰਮਾਤਮਾ ਨੂੰ ਸਮਾਏ ਜਾਣਿਆ। ਉਹਨੇ ਫਿਰ ਪਖੰਡ ਨਹੀਂ ਕੀਤਾ। ਉਹਨੂੰ ਪਤਾ ਹੈ ਵੀ ਜੇ ਮੇਰੇ ਅੰਦਰ ਮੈਲਾ ਫੁਰਨਾ ਹੈ, ਲੋਕਾਂ ਨੂੰ ਮੈਂ ਚੰਗੇ ਮੁਬਾਰਕ ਗਲੂਏ ਤੋਂ ਬੋਲ ਕੱਢ ਕੇ ਸਿੱਖਿਆ ਦੇਵਾਂ, ਲੋਕ ਠੱਗੇ ਜਾ ਸਕਦੇ ਨੇ, ਪਰ ਪਰਮਾਤਮਾ ਦੇ ਹਰ ਜ਼ਰੇ ਵਿੱਚ ਹੈ, ਉਹਨੇ ਠੱਗੀ ਨਹੀਂ ਖਾਣੀ। ਉਹ ਜਾਣਦਾ ਹੈ ਵੀ ਅੰਦਰ ਕਪਟ ਹੈ, ਜ਼ੁਬਾਨ ਤੇ ਅੱਛੇ ਬਚਨ ਨੇ। ਸੋ ਉਹ ਭੈੜੇ ਕਰਮ ਨਹੀਂ ਕਰਦਾ। ਉਹਨੂੰ ਗਿਆਤ ਹੈ ਵੀ ਮੈਂ ਜੇ ਕਿਸੇ ਕੋਨੇ ਵਿੱਚ ਬਹਿ ਕੇ ਵੀ ਕਰਮ ਕਰਾਂਗਾ, ਰੱਬ ਤੇ ਮੌਜੂਦ ਹੀ ਹੈ। ਇੱਥੇ ਲਫ਼ਜ਼ ਵਰਤਿਆ ਹੈ ਜਲ ਥਲ, ਜਲ ਅਤੇ ਸਥਲ, ਤਰੀ ਅਤੇ ਖੁਸ਼ਕੀ। ਜਲ ਦਾ ਮਤਲਬ ਹੈ ਇਹ ਜਿਹੜਾ ਤਰਲ ਪਦਾਰਥ ਹੈ, ਪਾਣੀ ਹੈ, ਸਮੁੰਦਰਾਂ ਵਿੱਚ, ਨਦੀਆਂ ਵਿੱਚ, ਨਾਲਿਆਂ ਵਿੱਚ ਉਹ ਮੌਜੂਦ ਹੈ। ਸਥਲ ਦਾ ਮਤਲਬ ਹੁੰਦਾ ਹੈ ਖੁਸ਼ਕ ਇਲਾਕਾ, ਚਾਹੇ ਇਹ ਰੇਗਿਸਤਾਨ ਨੇ, ਰੇਤੀਲੇ ਇਲਾਕੇ ਨੇ, ਡੈਜ਼ਰਟ ਨੇ, ਹਰ ਜਗ੍ਹਾ ਪਰਮਾਤਮਾ ਮੌਜੂਦ ਹੈ। ਮਹੀਲ, ਮਹੀ ਧਰਤੀ ਨੂੰ ਕਹਿੰਦੇ ਨੇ, ਅਲ ਵਿਚਲੇ ਹਿੱਸੇ ਨੂੰ ਕਹਿੰਦੇ ਨੇ। ਮਹਾਰਾਜ ਨੇ ਇਉਂ ਦਰਸਾਇਆ ਹੈ ਵੀ ਚਾਹੇ ਧਰਤੀ ਹੈ, ਅਸਮਾਨ ਹੈ, ਚਾਹੇ ਪਾਤਾਲ ਹੈ, ਚਾਹੇ ਕੋਈ ਵਿਚਲਾ ਹਿੱਸਾ ਹੈ, ਅਲ ਨੂੰ ਆਕਾਸ਼ ਵੀ ਕਹਿ ਦਿੰਦੇ ਨੇ ਕਈ ਜਗ੍ਹਾ। ਹਰ ਜਗ੍ਹਾ ਪਰਮਾਤਮਾ ਮੌਜੂਦ ਹੈ। ਸਮਾਣਾ, ਉਹ ਸਮਾਇਆ ਹੋਇਆ ਹੈ, ਉਹ ਹਰ ਜਗ੍ਹਾ ਵਸਦਾ ਹੈ। ਜਿਵੇਂ ਬਾਣੀ ਚਾਹੁੰਦਾ ਨਾ, ਸਭ ਉਪਾਈਐ ਆਪ, ਆਪੇ ਸਰਬ ਸਮਾਣਾ। ਪਰਮਾਤਮਾ ਨੇ ਆਪ ਸਾਰੇ ਪੈਦਾ ਕੀਤੇ, ਕੀੜੀ ਤੋਂ ਲੈ ਕੇ ਹਾਥੀ ਤੱਕ, ਖੰਡ ਬ੍ਰਹਿਮੰਡ, ਫਿਰ ਸਾਰਿਆਂ 'ਚ ਆਪਣੀ ਜੋਤ ਉਹਨੇ ਰੱਖੀ ਹੈ। ਯੂ ਆਰ ਪ੍ਰਵੇਡਿੰਗ ਅਮੰਗ ਆਲ, ਹਰ ਜ਼ਰੇ ਵਿੱਚ ਤੂੰ ਆਪ ਵਸਦਾ ਹੈ। ਮਹਾਰਾਜ ਕਹਿੰਦੇ ਨੇ, ਕਹਿੰਦੇ ਦੇਖੋ ਪੈਦਾਇਸ਼ ਕਰਕੇ ਆਪ ਉਹ ਸਾਰਿਆਂ 'ਚ ਵਸਿਆ, ਸਭ ਨੂੰ ਆਪ ਉਸਨੇ ਪ੍ਰਫੁੱਲਤ ਕੀਤਾ। ਸੋ ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਉਹ ਮੌਜੂਦ ਨਹੀਂ ਹੈ। ਵੀ ਤੁਸੀਂ ਆਖੋ ਵੀ ਕੋਈ ਕਿਨਾਰਾ ਲੱਭ ਲਵਾਂ, ਦੁਸ਼ਕਰਮ ਕਰਾਂ ਤੇ ਲੋਕਾਂ ਨੂੰ ਪਤਾ ਨਾ ਲੱਗੇ, ਸ਼ਾਇਦ ਰੱਬ ਨੂੰ ਪਤਾ ਨਹੀਂ ਲੱਗੇਗਾ, ਸਜ਼ਾ ਨਹੀਂ ਮਿਲੇਗੀ। ਕਹਿੰਦੇ ਇੱਦਾਂ ਦਾ ਕੋਨਾ ਹੈ ਹੀ ਨਹੀਂ ਹੈ ਜਿੱਥੇ ਉਹ ਵੇਖਦਾ ਨਹੀਂ ਹੈ। ਭਾਈ ਸਾਹਿਬ ਭਾਈ ਨੰਦ ਲਾਲ ਦੀ ਗਜ਼ਲ ਹੈ, ਉਹ ਮਹਾਂਪੁਰਸ਼ ਕਹਿੰਦੇ ਨੇ, ਖੁਦਾ ਹਾਜ਼ਿਰ ਬਵਦ ਦਾਇਮ ਬਮੀ ਦੀਦਾਰ ਪਾਕਸ਼ਰਾ, ਨਾ ਗਿਰਦਾਬੇ ਦਰੋ ਹਾਇਲ, ਨਾ ਦਰਿਆ ਨਾ ਉਹ ਸਾਹਿਲਹਾ। ਭਾਈ ਨੰਦ ਲਾਲ ਕਹਿੰਦੇ ਨੇ ਖੁਦਾ ਹਰ ਜਗ੍ਹਾ ਹਾਜ਼ਰ ਹੈ। ਫਾਰਸੀ ਦੇ ਬੋਲ ਨੇ, ਕਹਿੰਦੇ ਉਹ ਪਵਿੱਤਰ ਦਰਸ਼ਨ ਦੇਖਣਾ ਕਰ, ਹਰ ਜ਼ਰੇ ਵਿੱਚ ਮੌਜੂਦ ਹੈ। ਉੱਥੇ ਕੋਈ ਘੁੰਮਣ ਘੇਰੀ ਨਹੀਂ, ਕੋਈ ਓਲਾ ਨਹੀਂ, ਕੋਈ ਨਦੀ ਨਹੀਂ, ਕੋਈ ਕੰਢੇ ਨਹੀਂ, ਸਭ ਕੁਝ ਪਰਮਾਤਮਾ ਹੀ ਹੈ।
ਹਰ ਜ਼ਰੇ ਵਿੱਚ ਪਰਮਾਤਮਾ ਹੈ ਤੂੰ, ਸਭ ਮੈਂ ਏਕ ਵਰਤਦਾ, ਸਭ ਮਾਹੇ ਸਮਾਣਾ। ਮਹਾਰਾਜ ਕਹਿੰਦੇ ਨੇ ਥਾਨ ਥਨੰਤਰ ਰਵ ਰਹਿਆ ਜੀ ਅੰਦਰ ਜਾਣਾ। ਉਹ ਹਰ ਜਗ੍ਹਾ ਹੈ, ਹਰ ਜਗ੍ਹਾ ਵਰਤ ਰਿਹਾ ਹੈ, ਹਰ ਜ਼ਰੇ ਵਿੱਚ ਸਮਾਇਆ ਹੋਇਆ ਹੈ। ਜਿਤਨੇ ਵੀ ਸਥਾਨ ਨੇ ਉਹੀ ਉਹਨਾਂ ਅੰਦਰ ਸਮਾਇਆ, ਜੀਆਂ ਅੰਦਰ ਸਮਾਇਆ ਜਾਣੀਦਾ ਹੈ। ਸੋ ਉਹਦੇ ਤੋਂ ਪੜਦਾ ਕੋਈ ਨਹੀਂ ਹੈ। ਅੱਗੇ ਹੋਰ ਪਖੰਡੀਆਂ ਦਾ ਪਾਜ ਉਧੇੜਦੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਵਿਸ਼ਰਾਮ ਦੇ ਕੇ ਰਹਾਓ ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ। ਮਹਾਰਾਜ ਕਹਿੰਦੇ ਨੇ ਆਪਣੇ ਅੰਦਰ ਤੇ ਵਿਸ਼ਿਆਂ ਵਿਕਾਰਾਂ ਦਾ ਜ਼ਹਿਰ ਭਰਿਆ ਹੈ, ਈਰਖਾ ਭਰੀ ਹੋਈ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਭਰਿਆ ਹੈ। ਕਾਮ ਵਿੱਚ ਗਲਤਾਨ ਹੈ, ਕਾਮਨਾ ਬੜੀ ਹੈ, ਸਭ ਕੁਝ ਮੇਰੇ ਕੋਲ ਹੀ ਹੋਵੇ, ਸਭ ਖਜ਼ਾਨੇ ਮੇਰੇ ਕੋਲ ਹੋਣ। ਤ੍ਰਿਸ਼ਨਾ ਬੜੀ ਹੈ, ਅੱਗ ਮਚ ਰਹੀ ਹੈ ਅੰਦਰ, ਤੇ ਗਲੂਏ ਤੋਂ ਜ਼ੁਬਾਨ ਤੋਂ ਅੰਮ੍ਰਿਤਮਈ ਬੋਲ ਸੁਣਾਉਂਦਾ ਹੈ। ਲੋਕਾਂ ਨੂੰ ਕਹਿੰਦਾ ਹੈ ਲਾਲਚ ਨਾ ਕਰੋ, ਲੋਕਾਂ ਨੂੰ ਕਹਿੰਦਾ ਹੈ ਪੈਸੇ ਦੀ ਪਕੜ ਨਾ ਰੱਖੋ, ਲੋਕਾਂ ਨੂੰ ਕਹਿੰਦੇ ਇਹ ਮਾਇਆ ਨਾਗਣੀ ਹੈ ਡੰਗ ਨਾ ਲਵੇ, ਤੇ ਆਪ ਡੰਗ ਖਾਣ ਲਈ ਤਿਆਰ ਰਹਿੰਦਾ ਹੈ, ਆਪ ਮਾਇਆ ਇਕੱਠੀ ਕਰਨ ਲਈ ਤਿਆਰ ਰਹਿੰਦਾ ਹੈ, ਆਪ ਇਹਨੂੰ ਕੀਲ ਕੇ ਜੇਬ ਵਿੱਚ ਪਾਉਣ ਲਈ ਤਿਆਰ ਰਹਿੰਦਾ ਹੈ। ਸੋ ਮਹਾਰਾਜ ਕਹਿੰਦੇ ਨੇ his inner being is fulfilled with poison, ਜ਼ਹਿਰ ਨਾਲ ਭਰਿਆ ਹੈ ਅੰਦਰੋਂ, ਤੇ ਜ਼ੁਬਾਨ ਤੋਂ ਗੱਲਾਂ ਬੜੀਆਂ ਅੰਮ੍ਰਿਤਮਈ ਕਰਦਾ ਹੈ, ਗੱਲਾਂ ਬੜੀਆਂ ਹੋਰ ਸੁਣਾਉਂਦਾ ਹੈ। ਜਿਹੜਾ ਅੰਤਰ ਲਫ਼ਜ਼ ਹੈ ਨਾ, ਇਹਦਾ ਮਤਲਬ ਫਾਸਲਾ ਵੀ ਹੁੰਦਾ, ਵਿੱਥ ਵੀ ਹੁੰਦੀ ਹੈ। ਲੋਕਾਂ ਨੂੰ ਤਾਂ ਮਿੱਠੇ ਬਚਨ ਸੁਣਾਉਂਦਾ ਹੈ, ਰੱਬ ਨਾਲ ਜੁੜੋ, ਤੇ ਆਪਣੇ ਤੇ ਰੱਬ ਵਿੱਚ ਇਹਦੇ ਬੜੀ ਵਿੱਥ ਹੈ, ਬੜਾ ਅੰਤਰਾ ਹੈ, ਬੜਾ ਫਾਸਲਾ ਹੈ, ਆਪ ਰੱਬ ਦੇ ਨੇੜੇ ਨਹੀਂ ਹੈ। ਖੈਰ ਮਹਾਰਾਜ ਕਹਿੰਦੇ ਇਹਦੇ ਅੰਦਰ ਬਿਖ ਹੈ, ਬਿਖ ਜ਼ਹਿਰ ਨੂੰ ਕਿਹਾ ਹੈ, ਬਿਖ ਸ਼ਰਾਬ ਨੂੰ ਵੀ ਕਿਹਾ ਹੈ, ਬਿਖ ਹੰਕਾਰ ਨੂੰ ਵੀ ਕਿਹਾ ਹੈ, ਮਾਇਆ ਨੂੰ ਕਿਹਾ ਹੈ, ਮਦਰਾ ਨੂੰ ਕਿਹਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕਿਹਾ ਹੈ। ਅੰਮ੍ਰਿਤ ਦਾ ਮਤਲਬ ਹੈ ਮਿੱਠਾ, ਨਵਨੀਤ, ਜਾਂ ਉਹ ਪਾਕ ਜਲ ਜਿਹੜਾ ਅਮਰ ਕਰ ਦਿੰਦਾ ਹੈ, ਜਾਂ ਗੁਰੂ ਗੋਬਿੰਦ ਸਿੰਘ ਦਾ ਬਖਸ਼ਿਆ ਖੰਡੇ ਬਾਟੇ ਦਾ ਅੰਮ੍ਰਿਤ ਤੋਂ ਪੌਲ। ਖੈਰ ਅੰਮ੍ਰਿਤ ਮਿੱਠੇ ਬੋਲਾਂ ਨੂੰ ਵੀ ਕਿਹਾ ਹੈ। ਸੋ ਮਹਾਰਾਜ ਕਹਿੰਦੇ ਵਿਕਾਰਾਂ ਨਾਲ ਭਰਿਆ ਬਚਨ ਸਤੋ ਗੁਣੀ ਸੁਣਾਉਂਦਾ ਹੈ, ਅੰਮ੍ਰਿਤਮਈ ਲੋਕਾਂ ਨੂੰ ਸੁਣਾਉਂਦਾ ਹੈ, ਕਮਲਿਆਂ ਬਣਾਉਂਦਾ ਹੈ। ਦੇਖੋ ਗਾਲਿਬ ਇੱਕ ਬੜਾ ਮਹਾਨ ਸ਼ਾਇਰ ਹੋਇਆ ਹੈ, ਉਹਨੇ ਇੱਕ ਬਚਨ ਕਿਹਾ, ਕਹਿੰਦਾ ਕਹਾਂ ਮੈਂ ਖਾਨੇ ਕਾ ਦਰਵਾਜ਼ਾ गालिब और कहाँ वायज, पर इतना जानते हैं कल वो जाता था कि हम निकले। अच्छा हुंदा की है, मैं खाना शराब खाने नूं कहिंदे ने, वाइज सद उपदेशक नूं कहिंदे ने, धर्म दा उपदेश करन वाले नूं। धर्म दे उपदेशक लोकां नूं ते सुनेहा दिंदे ने नशा नहीं करना, शराब नहीं पीनी, मांस नहीं खाना। ते गालिब कहिंदा है किथे वाइज, किथे धर्म उपदेशक ते किथे शराब खाना, मेल कोई नहीं है। पर कहिंदा मैं तुहानूं की दसां, जदों कहिंदा मैं शराब खाने चों निकलिया ना, ते वाइज अंदर वड़ रहा सी। भाव उपदेश होर देने, नशा छड्डो जी, शराब छड्डो जी, ते आप नशे विच गलतान रहना। अंदर जहर भरिया है, जुबान ते अमृतमई उपदेश देने। ये लोग ठगे जाणगे, रब नहीं ठगिया जाना। महाराज कहंदे झूठा मद मूल ना पीचे जेका पार, वसाए जित पीता खसम विसरै, दरगह मिलै सजाए। सिद्धे जे अल्फाज ने, झूठी शराब कहंदे ना पी। अगर नहीं टलेगा, अगर नहीं जोर चलता तेरा मन उत्ते, शराब तू कहंदे पीना है, खसम दूर होवेगा, दरगाह विच सजा मिलेगी। ਇਹਦੇ ਸਾਫ अर्थ ने, डू नॉट ड्रिंक द फॉल्स वाइन एट ऑल। कहते ना पी इस शराब नूं,
ਜੇ ਤਾਕਤ ਹੈ ਤੇ ਇੱਧਰ ਲਾ, ਮਨ ਨੂੰ ਪਕੜ ਕੇ ਰੱਖ ਵੀ ਇੱਧਰ ਨਸ਼ਿਆਂ ਵੱਲ ਨਾ ਚੱਲੇ, ਕਿਉਂਕਿ ਖਸਮ ਦੂਰ ਹੋ ਜਾਣਾ ਹੀ, ਦਰਗਾਹ ਵਿੱਚ ਸਜ਼ਾ ਮਿਲਣੀ ਹੈ। ਮਤਲਬ ਉਪਦੇਸ਼ ਚੰਗੇ ਚੰਗੇ ਦੇਣੇ, ਆਪਣੇ ਜੀਵਨ ਵਿੱਚ ਕਮਾਏ ਹੀ ਨਾ ਹੋਣੇ, ਆਪਣੇ ਜੀਵਨ ਵਿੱਚ ਜ਼ਹਿਰ ਹੋਣਾ। ਇਹ ਦੁਨੀਆ ਤੇ ਇਦਾਂ ਦਾ ਬੜਾ ਕੁਝ ਚੱਲਦਾ ਹੈ। ਇੱਕ ਜਗ੍ਹਾ ਹੋਰ ਬਾਣੀ ਵਿੱਚ ਆਉਂਦਾ ਹੈ ਨਾ, ਵੇਦ ਪੜ੍ਹੈ ਮੁਖ ਮੀਠੀ ਬਾਣੀ, ਜੀਆਂ ਕੋਹਤ ਨਾ ਸੰਗੈ ਪ੍ਰਾਣੀ। ਕਹਿੰਦੇ ਪੰਡਤ ਜੀ ਕੀ ਕਰਦੇ ਹੋ? ਮਿੱਠੀ ਤੁਹਾਡੀ ਆਵਾਜ਼ ਹੈ, ਮਿੱਠੀ ਬਾਣੀ ਤੁਸੀਂ ਪੜ੍ਹਦੇ ਹੋ, ਵੇਦਾਂ ਦੇ ਬੋਲ ਤੁਸੀਂ ਗਾਉਂਦੇ ਹੋ, ਲੋਕਾਂ ਨੂੰ ਉਪਦੇਸ਼ ਦਿੰਦੇ ਹੋ, ਪਾਪ ਨਾ ਕਰੋ, ਜੀਵ ਹੱਤਿਆ ਨਾ ਕਰੋ, ਗੁਨਾਹ ਨਾ ਕਰੋ, ਤੇ ਆਪ ਆਨੰਦ ਲੈ ਲੈ ਕੇ ਮਾਸ ਖਾਂਦੇ ਹੋ, ਜੀਆਂ ਨੂੰ ਕਹੁੰਦੇ ਹੋ, ਮਾਰਦੇ ਹੋ, ਖੋਰਾ ਖੋਜ ਮਿਟਾਉਂਦੇ ਹੋ, ਉਪਦੇਸ਼ ਕੁਝ ਹੋਰ ਦਿੰਦੇ ਹੋ, ਜੀਵਨ ਤੁਹਾਡਾ ਕੁਝ ਹੋਰ ਤਰ੍ਹਾਂ ਦਾ ਹੈ। ਮਤਲਬ ਚਸਕਾ ਕੇਵਲ ਨਾਮ ਦਾ ਹੀ ਚਾਹੀਦਾ ਹੈ। ਲੋਕਾਂ ਨੂੰ ਤੇ ਇਹੀ ਸਮਝਾਉਣਾ ਹੈ ਨਾ ਵੀ ਨਾਮ ਦਾ ਨਸ਼ਾ ਕਰੋ, ਤੇ ਆਪ ਤੂੰ ਸ਼ਰਾਬ ਪੀਣਾ ਹੈ। ਲੋਕਾਂ ਨੂੰ ਕਹਿਣਾ ਹੈ ਨਾਮ ਤੋਂ ਲਹਿਦਾ, ਹੋਰਾਂ ਰਸਾਂ ਕਸਾਂ ਵਿੱਚ ਨਹੀਂ ਪੈਣਾ, ਤੇ ਆਪ ਮਾਸ ਤੋਂ ਬਿਨਾਂ ਤੂੰ ਰਹਿੰਦਾ ਨਹੀਂ ਹੈ। ਇਹਦਾ ਮਤਲਬ ਵੀ ਨਾਮ ਚੋਂ ਅਜੇ ਤੈਨੂੰ ਰਸ ਨਹੀਂ ਆਇਆ, ਤੈਨੂੰ ਨਸ਼ੇ ਚੋਂ ਤੇ ਮਾਸ ਚੋਂ ਬਹੁਤਾ ਰਸ ਆਉਂਦਾ। ਨਾਮ ਜਪਣ ਦੀ ਤਾਕੀਦ ਘੱਟ ਕਰੇਗਾ, ਇੱਧਰ ਮਾਸ ਸ਼ਰਾਬ ਦੀ ਪ੍ਰੋੜਤਾ ਬੜੀ ਕਰੇਗਾ, ਹੱਦ ਹੋਈ ਪਈ ਹੈ। ਮੁੱਕਦੀ ਗੱਲ ਹੈ, ਚਸਕਾ ਕੋਈ ਵੀ ਹੈ ਮਾੜਾ ਹੈ, ਚਸਕਾ ਨਾਮ ਦਾ ਹੀ ਚਾਹੀਦਾ ਹੈ। ਉਹੀ ਨਿਰੰਕਾਰ ਦੇ ਚਰਨਾਂ ਵਿੱਚ ਅਭੇਦਤਾ ਦਬਾਉਂਦਾ ਹੈ। ਖੈਰ ਲੋਕਾਂ ਨੂੰ ਉਪਦੇਸ਼ ਚੰਗੇ ਦੇਣੇ, ਆਪਣੀ ਕਮਾਈ ਕੋਈ ਨਹੀਂ ਹੈ, ਆਪਣੇ ਵਿੱਚ ਸ਼ੁਭ ਗੁਣ ਕੋਈ ਨਹੀਂ ਹੈ। ਕਹੋ ਨਾਨਕ ਜਿਸ ਕਿਰਪਾ ਧਾਰੈ, ਹਿਰਦਾ ਸ਼ੁੱਧ ਬ੍ਰਹਮ ਵਿਚਾਰੈ। ਅਸਲ ਦੇ ਵਿੱਚ ਬ੍ਰਹਮ ਦੀ ਵਿਚਾਰ ਉਹੀ ਕਰੇਗਾ ਜਿਹੜਾ ਅੰਦਰਲਾ ਸਾਫ਼ ਹੈ, ਜਿਹੜਾ ਅੰਦਰੋਂ ਨਿਰਮਲ ਹੈ। ਖੁਦਾ ਨਿਰਮਲ ਹੈ, ਤੂੰ ਨਿਰਮਲ ਹੋ ਗਿਆ ਤੇ ਜਲ ਨਾਲ ਜਲ ਮਿਲੇਗਾ। ਤੇਲ ਤੇ ਜਲ ਨਹੀਂ ਮਿਲਦੇ, ਅਭੇਦਤਾ ਨਹੀਂ ਹੁੰਦੀ। ਸੋ ਮਹਾਰਾਜ ਕਹਿੰਦੇ ਨੇ ਹਿਰਦਾ ਸ਼ੁੱਧ ਚਾਹੀਦਾ ਹੈ, ਅੰਦਰੋਂ ਸਾਫ਼ ਹੋਵੇ ਨਾ, ਫਿਰ ਜਿਹੜੇ ਬਚਨ ਤੂੰ ਲੋਕਾਂ ਨੂੰ ਸੁਣਾਉਣਾ ਹੈ ਲੋਕਾਂ 'ਚ ਅਸਰ ਵੀ ਹੋਵੇਗਾ, ਤੂੰ ਆਪ ਵੀ ਮੁਕਤ ਤੇ ਇਹ ਵੀ ਮੁਕਤ ਹੋ ਜਾਣਗੇ। ਪਰ ਮਹਾਰਾਜ ਕਹਿੰਦੇ ਇਹਦੇ ਅੰਦਰ ਜ਼ਹਿਰ ਹੈ, ਜ਼ੁਬਾਨ ਤੇ ਇਹਦੇ ਅੰਮ੍ਰਿਤ ਹੈ, ਪਖੰਡ ਕਰਦਾ ਹੈ, ਅੰਦਰੋਂ ਬਗਲ ਸਮਾਧੀ ਹੈ, ਬਾਹਰੋਂ ਹੰਸ ਬਣ ਕੇ ਵਿਖਾਉਂਦਾ ਹੈ। ਅੱਗੇ ਆਖਣ ਲੱਗੇ ਇਹਦੀ ਸਜ਼ਾ ਮਿਲੇਗੀ, ਜਮਪੁਰ ਬਾਧਾ ਚੋਟਾ ਖਾਵੈ। ਕਹਿੰਦੇ ਜਮਾਂ ਦੀ ਪੁਰੀ ਤੇਰੇ ਸੂਖਸ਼ਮ ਸਰੀਰ ਨੂੰ ਬੰਨ੍ਹ ਕੇ ਸੁੱਟਿਆ ਜਾਵੇਗਾ ਤੇ ਉੱਥੇ ਚੋਟਾਂ ਪੈਣਗੀਆਂ, ਉੱਥੇ ਤੈਨੂੰ ਕੁੱਟ ਬੜੀ ਪਵੇਗੀ। ਬਾਉਂਡ ਐਂਡ ਗੈਗਡ ਇਨ ਦਾ ਸਿਟੀ ਆਫ ਦਾ ਡੈਥ ਯੂ ਵਿਲ ਬੀ ਪਨਿਸ਼ਡ। ਬੰਨ੍ਹ ਕੇ ਸੁੱਟਣਾ ਹੈ ਤੇ ਡਾਂਗ ਰੀਝ ਨਾ ਫਿਰਨੀ ਹੈ। ਜਮਾਂ ਦੀ ਕਚਹਿਰੀ ਦੇ ਅੰਦਰ। ਜਮ ਦੇ ਕਈ ਮਤਲਬ ਹੁੰਦੇ ਨੇ। ਜਨਮ ਦਾ ਸੰਖੇਪ ਵੀ ਜਮ ਲਫ਼ਜ਼ ਹੈ, ਜਿਵੇਂ ਬਾਣੀ ਚ ਆਉਂਦਾ ਨਾ, ਜਮਕਾਲ ਸਿਰ ਹੋਣਾ ਉਤਰੈ ਤ੍ਰਿਵਿਧ ਮਨਸਾ। ਜੰਮਣ ਤੇ ਮਰਨ ਸਿਰੋਂ ਨਹੀਂ ਲੈਂਦਾ। ਜਿਨ੍ਹਾਂ ਦੇ ਅੰਦਰ ਵਾਸ਼ਨਾ ਸਮਾਈ ਹੋਈ ਹੈ, ਦੁਨੀਆ ਦੀ ਵਾਸ਼ਨਾ ਹੈ, ਦੁਨੀਆ ਤੇ ਹੀ ਜੰਮ ਕੇ ਆਉਣਗੇ। ਨਿਰੰਕਾਰ ਦੀ ਤੇ ਵਾਸ਼ਨਾ ਹੀ ਨਹੀਂ ਹੈ, ਉਹਦੇ ਕੋਲ ਕਿਵੇਂ ਜਾਣਗੇ? ਸੱਚਖੰਡ ਕਿਵੇਂ ਜਾਣਗੇ? ਆਪਾਂ ਤੇ ਬੰਦੇ ਦੀ ਮੌਤ ਤੋਂ ਬਾਅਦ ਸਾਰੇ ਹੀ ਅਰਦਾਸ ਕਰਦੇ, ਮਹਾਰਾਜ ਚਰਨਾਂ 'ਚ ਨਿਵਾਸ ਬਖਸ਼ੋ। ਇਹ ਉਹਦੀ ਮਰਜ਼ੀ ਹੈ, ਤਰਲਾ ਸਾਡਾ ਮੰਨ ਲਵੇ ਜਾਂ ਨਾ ਮੰਨੇ, ਉੱਥੇ ਜ਼ੋਰ ਨਹੀਂ ਹੈ। ਪਰ ਸਾਰੀ ਉਮਰ ਉਹ ਕਹਿੰਦਾ ਤੂੰ ਸੰਸਾਰ ਦੀ ਵਾਸ਼ਨਾ ਰੱਖੀ, ਤੈਨੂੰ ਮੈਂ ਕਿਉਂ ਸੱਚਖੰਡ ਲੈ ਜਾਵਾਂ? ਸੰਸਾਰ ਤੇ ਹੀ ਰਹਿ, ਤੈਨੂੰ ਹੋਰ ਜੂਨ ਵਿੱਚ ਪਾ ਦਿੰਦਾ ਕਿਸੇ ਵਿੱਚ। ਮੈਨੂੰ ਯਾਦ ਕੀਤਾ ਹੁੰਦਾ ਤੇ ਮੈਂ ਚਰਨਾਂ 'ਚ ਜਗ੍ਹਾ ਦੇ ਦਿੰਦਾ ਤੈਨੂੰ। ਸੋ ਮਰਜ਼ੀ ਹੈ ਉਹਦੀ, ਤਰਲਾ ਮੰਨੇ ਜਾਂ ਨਾ ਮੰਨੇ। ਇਹ ਨਹੀਂ ਵੀ ਤੂੰ 500 ਲੈ ਕੇ ਅਰਦਾਸ ਕਰ ਦਿੱਤੀ ਵੀ ਇਹਨੂੰ ਜੀ ਸੱਚਖੰਡ ਨਿਵਾਸ ਬਖਸ਼ੋ ਦੇ ਇੱਦਾਂ ਹੀ ਮਿਲ ਜਾਵੇਗਾ। ਇੱਦਾਂ ਨਿਵਾਸ ਨਹੀਂ ਮਿਲਦਾ। ਜੀਵਨ ਕਾਲ ਅਗਰ ਤੇਰਾ ਧਿਆਨ ਸੰਸਾਰ ਵਿੱਚ ਹੈ ਤੇ ਸੰਸਾਰ ਤੇ ਹੀ ਤਪੇਗਾ। 184 ਜੋਨ ਪਰਮਾਇਆ, 84 ਲੱਖ ਜੂਨਾਂ ਵਿੱਚ। ਜੇ ਜੀਵਨ ਕਾਲ ਧਿਆਨ ਨਿਰੰਕਾਰ ਵਿੱਚ ਰਿਹਾ ਤੇ ਨਿਰੰਕਾਰ ਦੇ ਚਰਨਾਂ ਵਿੱਚ ਹੀ ਜਾਵੇਗਾ। ਖੈਰ, ਜਮਪੁਰ, ਜਮ ਦਾ ਦੂਸਰਾ ਭਾਵ ਧਰਮ ਰਾਜਾ ਵੀ ਹੈ, ਜਿਹਦੀ ਪੁਰੀ ਹੈ ਜਮਪੁਰ, ਜਿੱਥੇ ਨਿਆਂ ਹੁੰਦਾ ਹੈ ਸਾਡੇ ਕਰਮਾਂ ਦਾ। ਦਰਗਾਹ ਦੇ ਵਿੱਚ ਜਮਪੁਰ ਬੱਧਾ ਦੁੱਖ ਸਹਾਈ। ਕਹਿੰਦੇ ਬੁਰੇ ਕਰਮ ਕਰਨ ਵਾਲਾ ਬੰਨ੍ਹ ਕੇ ਜਮਾਂ ਦੀ ਪੁਰੀ ਸੁੱਟਿਆ ਗਿਆ, ਉੱਥੇ ਦੁੱਖ ਸਹਿੰਦਾ ਹੈ। ਕਹਿੰਦੇ ਹੀ ਵਿਲ ਸਫਰ ਇਨ ਟੈਰੀਬਲ ਪੇਨ, ਉੱਥੇ ਦੁੱਖ ਸਵੇਗਾ। ਅੱਛਾ, ਇੱਕ ਜਗ੍ਹਾ ਜਮ
ਮੌਤ ਦੇ ਦੇਵਤੇ ਨੂੰ ਵੀ ਕਿਹਾ, ਜਿਹੜਾ ਧਰਮ ਰਾਜੇ ਦੇ ਹੁਕਮ ਵਿੱਚ ਜੰਮਪੁਰ ਲੈ ਜਾਣ ਦੇ ਲਈ ਸਾਡੀ ਜਾਨ ਕੱਢ ਕੇ ਉਹ ਉੱਥੇ ਲੈ ਜਾਂਦਾ ਹੈ, ਆਉਂਦਾ ਹੈ ਜੰਮਪੁਰ ਲਿਜਾਣ ਦੇ ਲਈ ਸਾਨੂੰ। ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਣੀ ਭੇਤ। ਸੋ ਜਮ ਦੇ ਕਈ ਅਰਥ ਨੇ। ਕਹਿੰਦੇ ਇਹ ਜਮਾਂ ਦੀ ਪੁਰੀ ਬੰਨਿਆ ਹੋਇਆ, ਬੰਧਨ ਵਿੱਚ ਫਸਿਆ ਹੋਇਆ, ਚੋਟਾਂ ਖਾਵੇਗਾ, ਦੁਰਕਾਰਿਆ ਜਾਵੇਗਾ, ਲਾਹਨਤਾਂ ਖੱਟੇਗਾ, ਕੁੱਟ ਖਾਵੇਗਾ, 84 ਲੱਖ ਜੂਨਾਂ ਵਿੱਚ ਦੁੱਖ ਭੋਗੇਗਾ, ਬਾਅਦ ਇਹਨੂੰ ਐਸੀ ਸਜ਼ਾ ਮਿਲੇਗੀ। ਅੱਗੇ ਮਹਾਰਾਜ ਫਿਰ ਪਾਖੰਡੀਆਂ ਦਾ ਪਾਜ ਉਧੇੜਦੇ ਨੇ। ਅਨਕ ਪੜਦੇ ਮਹਿ ਕਮਾਵੇ ਵਿਕਾਰ। ਕਹਿੰਦੇ ਇਨਸਾਨ ਪਰਦੇ ਵਿੱਚ ਬੁਰਾ ਕਰਮ ਕਰਦਾ ਹੈ ਵੀ ਕੋਈ ਨਹੀਂ ਦੇਖ ਰਿਹਾ। ਅਨਕ ਦਾ ਭਾਵ ਹੈ ਨਾ ਇੱਕ, ਭਾਵ ਅਨੇਕ, ਕਈ ਪਰਦਿਆਂ ਦੇ ਵਿੱਚ ਪਾਪ ਕਰਦਾ ਹੈ, ਜਾਂ ਇਉਂ ਕਹਿ ਲਵੋ ਕਈ ਪਾਪ ਕਰਦਾ ਹੈ ਪਰਦੇ ਦੇ ਵਿੱਚ, ਜਾਂ ਇੱਦਾਂ ਕਹਿ ਲਵੋ ਵੀ ਕਈ ਪਰਦੇ ਤਾਣ ਕੇ ਇਹ ਪਾਪ ਕਰਦਾ ਹੈ ਵੀ ਮੇਰੇ ਤੇ ਦੁਨੀਆ ਦੇ ਦਰਮਿਆਨ ਬੜੇ ਪਰਦੇ ਨੇ, ਬੜਾ ਓਲਾ ਹੈ, ਮੈਂ ਕਿਨਾਰਾ ਕਰਕੇ ਕਰਮ ਕਰ ਰਿਹਾ, ਪਤਾ ਨਹੀਂ ਲੱਗੇਗਾ। ਪਰਦਾ ਫਾਰਸੀ ਦਾ ਲਫ਼ਜ਼ ਹੈ, ਆਵਰਣ। ਪਰਦੇ ਦਾ ਭਾਵ ਇਹ ਵੀ ਹੈ ਨਾ, ਇਸਤਰੀਆਂ ਦੂਸਰਿਆਂ ਦੀ ਦ੍ਰਿਸ਼ਟੀ ਤੋਂ ਬਚਾਉਣ ਦੇ ਲਈ ਪਰਦਾ ਪਾ ਦਿੱਤਾ ਜਾਂਦਾ ਸੀ। ਖੈਰ ਮਹਾਰਾਜ ਕਹਿੰਦੇ ਨੇ ਪਰਦੇ 'ਚ ਤੂੰ ਵਿਕਾਰ ਕਮਾਉਣਾ ਹੈ। ਵਿਕਾਰ ਦਾ ਮਤਲਬ ਹੈ ਖੋਟੇ ਕਰਮ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਕੀਤੇ ਹੋਏ ਕਰਮ। ਜਿਵੇਂ ਬਾਣੀ ਚਾਹੁੰਦਾ ਨਾ, ਲੂਕ ਕਮਾਵੈ ਕਿਸ ਤੇ, ਜਾਂ ਵੇਖੈ ਸਦਾ ਹਜੂਰ, ਥਾਨ ਤਨੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ। ਕਹਿੰਦੇ ਲੋਕਾਂ ਤੋਂ ਲੁਕ ਕੇ ਕਰਮ ਕਰਦਾ ਹੈ, ਪਰਮਾਤਮਾ ਤੋਂ ਨਹੀਂ ਛਿਪ ਸਕਦਾ। ਉਹ ਹਜ਼ੂਰ ਹੈ ਤੇਰੇ, ਉਹ ਨਾਲ ਹੈ ਤੇਰੇ, ਥਾਨ ਤਨੰਤਰਾਂ ਵਿੱਚ ਉਹ ਰਵਿਆ ਹੋਇਆ ਹੈ ਔਰ ਭਰਪੂਰ ਹੈ, ਹਰ ਜ਼ਰੇ ਵਿੱਚ ਪੂਰੇ ਦਾ ਪੂਰਾ ਮੌਜੂਦ ਹੈ ਉਹ। ਸੋ ਮਹਾਰਾਜ ਕਹਿੰਦੇ ਲੁਕ ਕੇ ਕਰਮ ਕਰੇ, ਪਰਮਾਤਮਾ ਨੂੰ ਨਜ਼ਰੀ ਨਾ ਆਵੇ, ਇਹ ਨਹੀਂ ਹੋ ਸਕਦਾ। ਅੱਗੇ ਕਹਿੰਦੇ ਨੇ ਖਿਨ ਮਹਿ ਪ੍ਰਗਟ ਹੋਏ ਸੰਸਾਰ। ਲੁਕ ਕੇ ਕੀਤੇ ਕਰਮ ਪਰਮਾਤਮਾ ਤੇ ਜਾਣਦਾ ਹੀ ਹੈ। ਕਹਿੰਦੇ ਕੁਝ ਸਮੇਂ ਵਿੱਚ ਇਹ ਸੰਸਾਰ ਸਾਵੇਂ ਵੀ ਪ੍ਰਗਟ ਹੋ ਜਾਂਦੇ ਨੇ, ਕੁਝ ਛਿਪਿਆ ਨਹੀਂ ਰਹਿੰਦਾ। ਖਿਨ ਦਾ ਮਤਲਬ ਹੈ ਛਣ, ਭਾਵ ਬਹੁਤ ਥੋੜਾ ਸਮਾਂ, ਅੱਖ ਦੇ ਝਮਕਣ ਜਿੰਨਾ ਸਮਾਂ। ਭਾਵ ਕਹਿੰਦੇ ਛੇਤੀ ਤੇਰੇ ਕਰਮ ਪ੍ਰਗਟ ਹੋ ਜਾਣੇ ਨੇ, ਦੁਨੀਆ ਦੇ ਸਾਹਮਣੇ ਜ਼ਾਹਰ ਹੋ ਜਾਣੇ ਨੇ, ਸਾਫ਼ ਪ੍ਰਤੱਖ ਹੋ ਜਾਣੇ ਨੇ, ਸਾਰਿਆਂ ਦੇ ਸਾਹਮਣੇ ਪਾਜ ਉੱਧੜ ਜਾਣਾ ਹੈ। ਸੰਸਾਰ ਦਾ ਮਤਲਬ ਹੁੰਦਾ ਹੈ ਜੋ ਸੰਸਰਣ ਕਰੇ, ਜੋ ਵਾਧਾ ਫੁੱਲਦਾ ਰਵੇ। ਇਹ ਜਗਤ, ਇਹ ਦੁਨੀਆ। ਕਬੀਰ ਜੀ ਨੇ ਬੜੀ ਸੁੰਦਰ ਉਦਾਹਰਣ ਦਿੱਤੀ ਹੈ। ਕਹਿੰਦੇ ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ, ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਧਾਨ। ਕਹਿੰਦੇ ਜਿਹੜੀ ਲਸਣ ਦੀ ਡੋਡੀ ਹੈ ਨਾ, ਇਹ ਤੁਸੀਂ ਖਾ ਲਵੋ ਤੇ ਇਰਦ ਗਿਰਦ ਜਿਹੜੇ ਲੋਕ ਨੇ ਨਾ, ਉੱਥੋਂ ਤੱਕ ਇਹਦੀ ਵਾਸ਼ਨਾ ਜਾਂਦੀ ਹੈ। ਲਸਣ ਦੀ ਤੁਸੀਂ ਚਟਨੀ ਖਾ ਲਵੋ, ਕਹਿੰਦੇ ਜੇ ਤੁਸੀਂ ਆਖੋ ਵੀ ਪਤਾ ਨਹੀਂ ਚੱਲੇਗਾ ਕਿਸੇ ਨੂੰ, ਕੋਨੇ 'ਚ ਬਹਿ ਕੇ ਵੀ ਖਾਓ। ਨਿਧਾਨ ਦਾ ਮਤਲਬ ਅੰਤ ਨੂੰ ਉਹ ਪ੍ਰਗਟ ਹੋ ਹੀ ਜਾਂਦਾ ਵੀ ਇਹਨੇ ਲਸਣ ਖਾਧਾ ਹੈ। ਤੁਸੀਂ ਲਸਣ ਦੀ ਚਟਨੀ ਕੁੱਟੋ, ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਵੀ ਲਸਣ ਦੀ ਚਟਨੀ ਕੁੱਟੀ ਗਈ ਹੈ, ਲਸਣ ਦੀ ਵਾਸ਼ਨਾ ਫੈਲ ਜਾਂਦੀ ਹੈ। ਕਹਿੰਦੇ ਜਿਹੜਾ ਸਾਕਤ ਬੰਦਾ ਹੈ ਨਾ, ਬੁਰੇ ਕਰਮ ਕਰਨ ਵਾਲਾ, ਲਸਣ ਦੀ ਚਟਨੀ ਵਰਗਾ ਹੈ। ਕਰਮ ਤੇ ਕੋਨੇ ਵਿੱਚ ਕਰਦਾ ਹੈ, ਲੁਕ ਕੇ ਕਰਦਾ ਹੈ, ਪਰ ਪ੍ਰਗਟ ਹੋ ਜਾਂਦੇ ਨੇ, ਲੋਕਾਂ ਨੂੰ ਪਤਾ ਚੱਲ ਜਾਂਦਾ ਹੈ, ਦੁਰਗੰਧ ਇਹਦੀ ਫੈਲ ਹੀ ਜਾਂਦੀ ਹੈ। ਅੰਤ ਨੂੰ ਬੁਰੇ ਕਰਮਾਂ ਦੀ ਜਿਹੜੀ ਬੂ ਹੈ ਉਹ ਪ੍ਰਗਟ ਹੋ ਹੀ ਜਾਂਦੀ ਹੈ। ਸੋ ਮਹਾਰਾਜ ਕਹਿੰਦੇ ਬੁਰਾ ਕਰਮ ਕਰਨ ਦਾ ਫਾਇਦਾ ਨਹੀਂ ਹੈ, ਇਹ ਦੁਨੀਆ ਸਾਵੇਂ ਪ੍ਰਗਟ ਹੋ ਜਾਂਦਾ ਹੈ। ਅੱਗੇ ਮਹਾਰਾਜ ਕਹਿੰਦੇ ਨੇ ਅੰਤਰ ਸਾਚ ਨਾਮ ਰਸ ਰਾਤਾ। ਇਹ ਦੂਸਰਾ ਪੱਖ ਦਰਸਾਉਂਦੇ ਨੇ। ਜਿਹੜਾ ਗੁਰਮੁਖ ਹੈ,
ਉਹਦੇ ਬਾਬਤ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਸੱਚ ਸਮਾਇਆ ਹੋਇਆ ਹੈ, ਪਰਮਾਤਮਾ ਦੇ ਨਾਮ ਵਿੱਚ ਜਿਹੜੇ ਰਚੇ ਹੋਏ ਨੇ, ਜਿਨ੍ਹਾਂ ਦਾ ਜੀਵਨ ਪਰਮਾਤਮਾ ਦੇ ਨਾਮ ਰੂਪੀ ਰਸ ਦੇ ਵਿੱਚ ਰਤਾ ਹੋਇਆ ਹੈ, ਜੋ ਪਰਮਾਤਮਾ ਨਾਲ ਇੱਕ ਮਿੱਕ ਨੇ, ਜਿਨ੍ਹਾਂ ਦੇ ਅੰਦਰ ਵੀ ਅੰਮ੍ਰਿਤਮਈ ਪਰਮਾਤਮਾ ਦੀ ਯਾਦ ਹੈ ਤੇ ਗਲੂਏ 'ਚ ਵੀ ਉਹਦੀ ਬਾਣੀ ਹੈ, ਉਹਦੇ ਬੋਲ ਨੇ, ਉਹਦਾ ਨਾਮ ਹੈ, ਸ਼ੁਭ ਸਿੱਖਿਆ ਹੈ, ਉਹ ਗੁਰਮੁਖ ਨੇ, ਜੋ ਗੁਰੂ ਵੱਲ ਮੁੱਖ ਰੱਖਦੇ ਨੇ, ਗੁਰੂ ਦੇ ਹੁਕਮ ਵਿੱਚ ਚੱਲਦੇ ਨੇ। ਮਹਾਰਾਜ ਕਹਿੰਦੇ ਨੇ ਤੁਰ ਅੰਦਰ ਤੱਕ ਸੱਚ ਵਿੱਚ ਉਹ ਰਤੇ ਹੋਏ ਨੇ, ਜ਼ੁਬਾਨ ਦੇ ਨਾਲ ਵੀ ਪਰਮਾਤਮਾ ਦੇ ਗੀਤ ਗਾ ਰਹੇ ਨੇ, ਸੱਤਿਆ ਵਿੱਚ ਉਹ ਡੁੱਬੇ ਰਹਿੰਦੇ ਨੇ, ਉਹ ਸੱਚ ਬੋਲਦੇ ਨੇ, ਨਾਮ ਨੂੰ ਜਪਦੇ ਰਹਿੰਦੇ ਨੇ। ਨਾਮ ਲਫ਼ਜ਼ ਨਾ ਫਾਰਸੀ ਦਾ ਹੈ, ਨਾਮਨ ਸੰਸਕ੍ਰਿਤ ਦਾ ਹੈ। ਨਾਮ ਦਾ ਮਤਲਬ ਹੁੰਦਾ ਹੈ ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ। ਜਿਵੇਂ ਕਿਸੇ ਦਾ ਨਾਮ ਲਓ ਤੇ ਉਹਦੇ ਤੋਂ ਬੋਧ ਹੋ ਜਾਂਦਾ, ਅਰਥ ਹੋ ਜਾਂਦਾ ਹੈ ਵੀ ਇਹ ਕਿਹੜਾ ਜੀਵ ਹੈ। ਇੱਕ ਹੁੰਦਾ ਹੈ ਵਸਤੂਵਾਚਕ, ਦੋ ਪੱਖ ਹੁੰਦੇ ਨੇ। ਦੂਸਰਾ ਹੁੰਦਾ ਹੈ ਵਾਚਕ। ਵਸਤੂਵਾਚਕ ਦਾ ਮਤਲਬ ਹੁੰਦਾ ਹੈ ਵੀ ਇਹ ਮਨੁੱਖ ਹੈ ਜੀ, ਇਹ ਬੈਲ ਹੈ, ਇਹ ਪਹਾੜ ਹੈ, ਇਹ ਵਸਤੂਵਾਚਕ ਹੈ, ਬੋਧ ਹੋ ਗਿਆ ਵੀ ਇਹਦੀ ਜੂਨੀ ਕਿਹੜੀ ਹੈ। ਤੇ ਵਾਚਕ ਦਾ ਮਤਲਬ ਹੈ ਸੁਭਾਅ ਨੂੰ ਪ੍ਰਗਟ ਕਰਨਾ, ਜੀ ਇਹ ਕਠੋਰ ਹੈ, ਇਹ ਭਲਾ ਮਾਨਸ ਹੈ। ਸੋ ਵਸਤੂਵਾਚਕ ਤੇ ਵਾਚਕ ਦੋ ਪੱਖ ਹੁੰਦੇ ਨੇ ਨਾਮ ਦੇ। ਇੱਥੇ ਬਾਣੀ ਅੰਦਰ ਜਿਹੜਾ ਨਾਮ ਦਾ ਪੱਖ ਹੈ ਨਾ, ਉਹ ਪਰਮਾਤਮਾ ਦਾ ਹੁਕਮ ਵੀ ਹੈ, ਉਹਨੂੰ ਵੀ ਨਾਮ ਕਿਹਾ। ਪਰਮਾਤਮਾ ਦੇ ਜੋ ਸਿਫਤੀ ਨਾਮ ਨੇ, ਕਰਮ ਨਾਮ ਨੇ, ਉਹਨਾਂ ਦੀ ਇੱਥੇ ਬਾਤ ਕੀਤੀ ਹੈ। ਬਾਈਬਲ ਦੇ ਵਿੱਚ ਇਸ ਨੂੰ ਹੀ ਵਰਡ ਕਿਹਾ ਜਾਂਦਾ ਹੈ। ਇਹ ਪਰਮਾਤਮਾ ਦਾ ਨਾਮ ਜਿਸ ਦਾ ਅਭਿਆਸ ਕੀਤਾ ਜਾਵੇ, ਚੌਂਕੜਾ ਲਾ ਕੇ ਜੋ ਜਪਿਆ ਜਾਵੇ। ਤੁਸੀਂ ਆਖੋਗੇ ਨਾਮ ਕਿਹੜਾ ਜਪੀਏ? ਬਾਣੀ 'ਚ ਬੜੇ ਉਹਦੇ ਨਾਮ ਨੇ। ਕਰਮ ਨਾਮ, ਜੋ ਸਾਡੇ ਤੇ ਕਰਮ ਕਰਦਾ ਹੈ। ਜਿਵੇਂ ਕਲਗੀਧਰ ਨੇ ਜਾਪ ਸਾਹਿਬ ਵਿੱਚ ਆਖਿਆ ਹੈ ਨਾ, ਕਰਮ ਨਾਮ ਵਰਣਤ ਸੁਮਤ। ਮਹਾਰਾਜ ਅਕਾਲ ਪੁਰਖ ਤੁਹਾਡੇ ਕਰਮ ਨਾਮ ਮੈਂ ਵਰਣਨ ਕਰਨ ਲੱਗਾ ਹਾਂ। ਕਰਮ ਨਾਮ ਕੀ ਹੁੰਦੇ? ਜੋ ਸਾਡੇ ਤੇ ਦੁਨੀਆ ਤੇ ਉਹ ਕਰਮ ਕਰਦਾ ਹੈ, ਅਸੀਂ ਉਹੀ ਨਾਮ ਰੱਖ ਲੈਂਦੇ ਉਹਦਾ। ਤੁਸੀਂ ਅਰਦਾਸ ਕੀਤੀ, ਤੁਸੀਂ ਕੋਈ ਦਾਤ ਮੰਗੀ, ਉਹਨੇ ਤੁਹਾਡੀ ਝੋਲੀ ਪਾ ਦਿੱਤੀ, ਤੁਸੀਂ ਕਿਹਾ ਦਿਆਲੂ ਬੜਾ ਹੈ, ਨਾਮ ਦਿਆਲੂ ਪੈ ਗਿਆ। ਉਹਨੇ ਕਿਰਪਾ ਕੀਤੀ, ਨਾਮ ਕਿਰਪਾਲੂ ਪੈ ਗਿਆ। ਕੋਈ ਬੰਦਾ ਰੋਗੀ ਸੀ, ਗੁਰੂ ਤੇਗ ਬਹਾਦਰ ਸਾਹਿਬ ਅੱਗੇ ਅਰਦਾਸ ਕੀਤੀ, ਮੇਰਾ ਰੋਗ ਘੱਟ ਦਿਓ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਬਾਪੂ ਨੇ ਐਸੀ ਮਿਹਰ ਕੀਤੀ, ਉਹਦਾ ਦੁੱਖ ਕੱਟਿਆ ਗਿਆ। ਆਪਾਂ ਨਾਮ ਕੀ ਰੱਖ ਲਿਆ? ਰਹੀਮ ਹੈ, ਉਹ ਰਹਿਮ ਕਰਨ ਵਾਲਾ ਹੈ, ਤਰਸ ਕਰਨ ਵਾਲਾ ਹੈ, ਦੁੱਖ ਦੂਰ ਕਰਨ ਵਾਲਾ ਹੈ। ਸੋ ਇਹ ਕਰਮ ਨਾਮ ਹੁੰਦੇ ਨੇ। ਜੈਸਾ ਤੁਹਾਡੇ ਨਾਲ ਕਰਮ ਹੋਇਆ ਵੈਸਾ ਤੁਸੀਂ ਨਾਂ ਰੱਖਿਆ ਹੋਵੇਗਾ। ਕਹਿੰਦੇ ਕਰਮ ਨਾਮ, ਸਿਫਾਤੀ ਨਾਮ, ਉਹ ਗਾਇਆ ਕਰ, ਉਹ ਜਪਿਆ ਕਰ। ਜਪਦਿਆਂ ਜਪਦਿਆਂ ਇੱਕ ਦਿਨ ਤੇਰੀ ਜ਼ੁਬਾਨ ਉਸ ਨਾਮ 'ਚੋਂ ਰਸ ਲੈਣ ਲੱਗ ਪਵੇਗੀ, ਤੇ ਜਿੱਥੋਂ ਰਸ ਆ ਜਾਵੇ ਫਿਰ ਉਹ ਛੱਡਣਾ ਬੜਾ ਔਖਾ ਹੈ। ਆ ਪੈਸੇ ਜੋ ਰਸ ਆਉਂਦਾ ਨਾ, ਕਿਤੇ ਦਿਲ ਕਰਦਾ ਦੁਕਾਨ ਬੰਦ ਕਰਕੇ ਘੰਟਾ ਪਹਿਲਾਂ ਘਰ ਜਾਈਏ, ਬੱਚਿਆਂ ਕੋਲ ਬਈਏ, ਨਹੀਂ 2 ਘੰਟੇ ਵੱਧ ਖੋਲਦੇ ਆ, ਰਸ ਬੜਾ ਆਉਂਦਾ ਪੈਸੇ 'ਚੋਂ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਰਸ ਆ ਗਿਆ ਨਾਮ ਦਾ, ਜਿਹੜੇ ਰਤੇ ਹੋਏ ਨੇ ਨਾਮ ਵਿੱਚ, ਜਿਹੜੇ ਪ੍ਰੀਤੀ ਕਰਦੇ ਨੇ ਨਾਮ ਦੇ ਨਾਲ। ਪ੍ਰੀਤੀ ਤੋਂ ਬਿਨਾਂ ਜਪਿਆ ਵੀ ਨਹੀਂ ਨਾ ਜਾ ਸਕਦਾ। ਸੋ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਨਾਮ ਰਸਾਇਣ ਇਹੋ ਮਨ ਰਾਤਾ, ਅੰਮ੍ਰਿਤ ਪੀ ਤ੍ਰਿਪਤਾਈ, ਜਨਮ ਮਰਨ ਕਾ ਸਹਸਾ ਚੂਕਾ, ਬਾਹੁੜ ਕਤਹੁ ਨਾ ਧਾਈ। ਜਿਹੜੇ ਨਾਮ ਵਿੱਚ ਰਚੇ ਹੋਏ ਨੇ ਨਾ, ਮਹਾਰਾਜ ਆਖਣ ਲੱਗੇ ਉਹਨਾਂ ਨੂੰ ਨਾਮ 'ਚੋਂ ਹੀ ਐਸਾ ਰਸ ਆ ਗਿਆ, ਹੋਰ ਰਸ ਉਹਨਾਂ ਦੇ ਛੁੱਟ ਗਏ। ਮੰਗਣਾ ਮੁੱਕ ਗਿਆ, ਪਦਾਰਥਾਂ ਦਾ ਰਸ ਨਾ ਰਿਹਾ,
ਪਰਿਵਾਰ ਦਾ ਮੋਹ ਰਸ ਨਾ ਰਿਹਾ, ਤ੍ਰਿਪਤ ਹੋ ਗਏ, ਰੱਜ ਗਏ, ਨਾਮ ਦੇ ਨਾਲ ਹੀ ਉਹ ਰੱਜੇ ਨੇ। ਜਨਮ ਤੇ ਮਰਨ ਉਹਨਾਂ ਦਾ ਕੱਟਿਆ ਗਿਆ, ਹੁਣ ਇੱਧਰ ਉੱਧਰ ਨਹੀਂ ਉਹਨਾਂ ਦਾ ਮਨ ਦੌੜਦਾ, ਸੰਤੋਖ ਵਿੱਚ ਨੇ, ਆਨੰਦ ਵਿੱਚ ਨੇ। ਕਹਿੰਦੇ ਇਹ ਨਾਮ ਵਿੱਚ ਕੌਣ ਰਚਦਾ ਹੈ, ਕੌਣ ਸੱਚ ਬੋਲਦਾ ਹੈ, ਕਿਹਦੇ ਅੰਦਰ ਸੱਚ ਪ੍ਰਗਟ ਹੈ, ਕਿਹੜਾ ਦਿਨ ਰਾਤ ਪਰਮਾਤਮਾ ਦੇ ਗੀਤ ਗਾ ਸਕਦਾ ਹੈ। ਯਤਨ ਅਸੀਂ ਸਾਰੇ ਕਰਦੇ ਹਾਂ, ਗਾ ਨਹੀਂ ਹੁੰਦੇ, ਮਨ ਨਹੀਂ ਟਿਕਦਾ। ਗੁਰੂ ਅਰਜਨ ਸਾਹਿਬ ਅੱਗੇ ਕਹਿੰਦੇ ਨੇ, ਨਾਨਕ ਤਿਸ ਕਿਰਪਾਲ ਵਿਧਾਤਾ। ਕਹਿੰਦੇ ਵਿਧਾਤਾ ਜੋ ਸਿਰਜਣਹਾਰ ਪਰਮਾਤਮਾ ਹੈ, ਜਿਹਦੇ ਉੱਪਰ ਉਹ ਕਿਰਪਾ ਕਰੇ ਉਹੀ ਨਾਮ ਜਪ ਸਕਦਾ ਹੈ, ਉਹੀ ਪਰਮਾਤਮਾ ਦੇ ਗੀਤ ਗਾ ਸਕਦਾ ਹੈ। ਇਹ ਵੀ ਸਿਫਾਤੀ ਨਾਮ ਹੈ, ਕਿਰਪਾਲ। ਉਹ ਕਿਰਪਾ ਕਰਦਾ ਹੈ, ਉਹ ਦਿਆਲ ਦਇਆਲੂ ਹੈ, ਦਇਆ ਕਰਦਾ ਹੈ। ਵਿਧਾਤਾ ਦਾ ਮਤਲਬ ਹੈ ਵਿਧਾਨ ਰਚਣ ਵਾਲਾ, ਦੁਨੀਆ ਨੂੰ ਰਚਣ ਵਾਲਾ, ਦੁਨੀਆ ਦਾ ਜੋ ਕਰਤਾ ਹੈ, ਪਾਰ ਬ੍ਰਹਮ ਪਰਮੇਸ਼ਵਰ। ਬਾਣੀ ਚਾਹੁੰਦਾ ਨਾ, ਜਾਂ ਕਹੋ ਤੁਮ ਕਿਰਪਾਲ ਭਏ, ਸੇਵਕ ਸੇ ਪਰਵਾਨਾ, ਦ੍ਰਿਸ਼ਟ ਤੇਰੀ ਸੁਖ ਪਾਈ ਐ, ਮਨ ਮਾਹੇ ਨਿਧਾਨਾ। ਐ ਪਰਮਾਤਮਾ, ਜਿਨ੍ਹਾਂ ਤੇ ਤੂੰ ਕਿਰਪਾਲ ਹੋ ਜਾਂਦਾ ਹੈ, ਜਿਨ੍ਹਾਂ ਤੇ ਤੂੰ ਮਿਹਰ ਕਰਦਾ ਹੈ, ਉਹੀ ਸੇਵਕ ਪ੍ਰਵਾਨ ਹੁੰਦੇ ਨੇ, ਉਹੀ ਤੇਰੇ ਗੀਤ ਗਾ ਸਕਦੇ ਨੇ। ਔਰ ਤੇਰੀ ਕਿਰਪਾ ਦੇ ਸਦਕਾ ਤੇਰੇ ਨਾਮ ਦੀ ਲਗਨ ਪੈਦਾ ਹੁੰਦੀ ਹੈ, ਨਹੀਂ ਤੇ ਸਾਨੂੰ ਬਹੁਤਿਆਂ ਨੂੰ ਰਸ ਸੰਸਾਰ ਚੋਂ ਹੀ ਆਉਂਦਾ ਹੈ, ਨਾਮ ਚੋਂ ਨਹੀਂ ਆਉਂਦਾ। ਕਈ ਵਾਰ ਕਹਿ ਦਿੰਦੇ ਨਾ ਜੀ, ਨਿਤਨੇਮ ਨਹੀਂ ਹੁੰਦਾ, ਮਨ ਨਹੀਂ ਲੱਗਦਾ। ਮਤਲਬ ਕੀ ਹੈ? ਦੁਕਾਨ ਤੇ ਮਨ ਲੱਗਦਾ ਹੈ, ਪਰਿਵਾਰ ਵਿੱਚ ਤੇ ਮਨ ਲੱਗਦਾ ਹੈ, ਨਿਤਨੇਮ ਵਿੱਚ ਕਿਉਂ ਨਹੀਂ ਲੱਗਦਾ? ਕਿਉਂਕਿ ਰਸ ਨਹੀਂ ਆਉਂਦਾ। ਕਿੰਨਾਂ ਨੂੰ ਰਸ ਆਇਆ ਹੈ? ਜਿਨ੍ਹਾਂ ਤੇ ਅਕਾਲ ਪੁਰਖ ਕਿਰਪਾ ਕਰਦਾ ਹੈ, ਜਿਨ੍ਹਾਂ ਤੇ ਨਦਰ ਸਵੱਲੀ ਕਰ ਦਿੰਦਾ ਹੈ, ਉਹਨਾਂ ਦਾ ਮਨ ਟਿਕਦਾ ਏ। ਔਰ ਜਿਨ੍ਹਾਂ ਤੇ ਨਦਰ ਸਵੱਲੀ ਹੋ ਗਈ, ਉਹੀ ਉਹਦੇ ਦਰ ਤੇ ਪ੍ਰਵਾਨ ਹੁੰਦੇ ਨੇ। ਬਾਕੀ ਜਿਹੜੇ ਨੇ ਉਹਦੇ ਚੋਰਾਂ ਵਾਂਗੂ ਬੰਨ੍ਹ ਕੇ ਹੀ ਸੁੱਟੇ ਜਾਂਦੇ ਨੇ ਦਰਗਾਹ ਦੇ ਅੰਦਰ। ਕਹਿੰਦੇ ਯੋਰ ਮਰਸੀ ਇਜ਼ ਅਪਰੂਵਡ ਐਂਡ ਅਸੈਪਟਡ। ਐ ਦੀਨ ਦੁਨੀਆ ਦੇ ਮਾਲਕ, ਉਹ ਪ੍ਰਵਾਨ ਕਰ ਲਏ, ਉਹਨਾਂ ਨੂੰ ਦਰ ਤੇ ਪ੍ਰਵਾਨਗੀ ਮਿਲ ਗਈ। ਜਿਨ੍ਹਾਂ ਤੇ ਤੇਰੀ ਕਿਰਪਾ ਹੋਈ, ਜਿਨ੍ਹਾਂ ਤੇ ਤੇਰੀ ਮਿਹਰ ਹੋਈ, ਜਿਨ੍ਹਾਂ ਤੇ ਤੇਰੀ ਦ੍ਰਿਸ਼ਟੀ ਹੋਈ, ਉਹਨਾਂ ਨੂੰ ਸੁੱਖ ਮਿਲ ਗਿਆ, ਉਹਨਾਂ ਦੇ ਰੋਗ ਸੋਗ ਕੱਟੇ ਗਏ। ਔਰ ਮਹਾਰਾਜ ਆਖਣ ਲੱਗੇ, ਉਹਨਾਂ ਦੇ ਅੰਦਰ ਨਾਮ ਰੂਪੀ ਖਜ਼ਾਨਾ ਪ੍ਰਗਟ ਹੋ ਗਿਆ। ਨਾਮ ਹੀ ਖਜ਼ਾਨਾ ਹੈ, ਕਿਉਂਕਿ ਜਿਹਦੇ ਕੋਲ ਨਾਮ ਹੈ ਉਹਨੂੰ ਮੰਗਣਾ ਹੀ ਕੁਝ ਨਹੀਂ ਪੈਂਦਾ, ਉਹਦੇ ਕੋਲ ਸਭ ਕੁਝ ਪ੍ਰਗਟ ਹੈ। ਸੋ ਨਾਮ ਦੀ ਐਸੀ ਬਖਸ਼ਿਸ਼ ਹੈ, ਜਿਹਦੀ ਝੋਲੀ ਨਾਮ ਪੈ ਗਿਆ, ਉਹਦੀ ਝੋਲੀ ਸਦਾ ਲਈ ਭਰ ਗਈ। ਉਹ ਦਰ ਦਰ ਤੇ ਝੋਲੀਆਂ ਨਹੀਂ ਅੱਡਦਾ, ਉਹ ਭੜਕਦਾ ਨਹੀਂ ਹੈ। ਮੁਸ਼ਕਿਲ ਇਹ ਹੈ, ਅਸੀਂ ਨਾਮ ਮੰਗਦੇ ਹੀ ਨਹੀਂ, ਅਸੀਂ ਫਲ ਮੰਗਦੇ ਹਾਂ। ਫਲ ਇੱਕ ਨਾ ਇੱਕ ਦਿਨ ਮੁੱਕ ਜਾਂਦੇ ਨੇ। ਦੌਲਤ ਮੰਗੀ ਮੁੱਕ ਜਾਵੇਗੀ, ਧੀਆਂ ਪੁੱਤਰ ਮੰਗੇ ਇੱਕ ਦਿਨ ਮਿਟ ਜਾਣਗੇ, ਗੱਡੀਆਂ ਕਾਰਾਂ ਮੰਗੀਆਂ ਇੱਕ ਦਿਨ ਮਿਟ ਜਾਣਗੀਆਂ। ਉਹ ਵਾਰ-ਵਾਰ ਫਿਰ ਮੰਗਦੇ ਰਹਿੰਦੇ ਆ, ਕਿਉਂਕਿ ਜੋ ਮੰਗਿਆ ਸੀ ਮਿਲ ਗਿਆ, ਮੁੱਕ ਗਿਆ। ਸਤਿਪੁਰਸ਼ ਨਾਮ ਮੰਗਦੇ ਨੇ। ਹੁਣ ਤੁਸੀਂ ਬਾਜ਼ਾਰੋਂ ਫਲ ਲੈ ਆਓ ਖਰੀਦ ਕੇ, ਤੇ ਮੁੱਕ ਜਾਣੇ ਨੇ। ਤੇ ਜੇ ਤੁਸੀਂ ਬੂਟਾ ਹੀ ਕੋਈ ਵਿਹੜੇ ਵਿੱਚ ਲਾ ਲਵੋ, ਰੋਖੀ ਲਾ ਲਵੋ, ਤੇ ਬਾਜ਼ਾਰ ਨਹੀਂ ਜਾਣਾ ਪਵੇਗਾ। ਜਿਨ੍ਹਾਂ ਨਾਮ ਮੰਗਿਆ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਪ੍ਰਗਟ ਹੈ, ਉਹ ਨਿਧਾਨ ਦੇ ਮਾਲਕ ਬਣ ਗਏ, ਉਹ ਖਜ਼ਾਨਿਆਂ ਦੇ ਮਾਲਕ ਬਣ ਗਏ। ਸੋ ਮਹਾਰਾਜ ਕਹਿੰਦੇ ਨੇ, ਤੇਰੀ ਕਿਰਪਾ ਹੋਵੇ ਤੇ ਨਾਮ ਮਿਲਦਾ ਹੈ, ਤੇਰੀ ਕਿਰਪਾ ਹੋਵੇ ਤੇ ਪਰਮਾਤਮਾ ਸੱਚ ਪ੍ਰਗਟ ਹੁੰਦਾ ਹੈ, ਤੇਰਾ ਨਾਮ ਜਪ ਕੇ ਮੁਕਤੀ ਮਿਲਦੀ ਹੈ। ਸੋ ਐਸੀ ਅਗੰਮੀ ਗੁਰੂ ਅਰਜਨ ਸਾਹਿਬ ਦੀ ਪਾਕ ਬਾਣੀ ਹੈ। ਵਿਚਾਰ ਕਰਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ, ਆਪ ਸੰਗਤ ਨੇ ਖਿਮਾ ਕਰਨਾ। ਇਹ ਬਾਣੀ ਦੀ ਵਿਚਾਰ ਹਿਰਦੇ ਵਿੱਚ ਵਸਾਉਣੀ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ ਜੀ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।